ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1374 ਤੇ ਹੇਠੋਂ ਪੰਜਵੀਂ ਪੰਕਤੀ ਹੈ। ਅੰਗ ਨੰਬਰ 1374 ਹੇਠੋਂ ਪੰਜਵੀਂ ਪੰਕਤੀ ਹੈ। 190 ਨੰਬਰ ਤੋਂ ਬਾਅਦ 190 ਨੰਬਰ ਤੋਂ ਬਾਅਦ ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਵਿਵੇਕ, ਏਕ ਅਨੇਕਹ ਮਿਲ ਗਿਆ, ਏਕ ਸਮਨ ਏਕ। ਕਬੀਰ ਸਾਹਿਬ ਕਹਿੰਦੇ ਰਾਮੈ ਰਾਮ ਕਹੋ, ਭਾਈ ਪਰਮਾਤਮਾ ਦਾ ਨਾਮ ਜਪੋ, ਰਾਮ ਰਾਮ ਕਹੋ। ਕਹਿਬੇ ਮਾਹੇ ਵਿਵੇਕ, ਵਿਵੇਕ ਹੁੰਦਾ ਵਿਚਾਰ, ਜਿਵੇਂ ਵਿਵੇਕ ਬੁੱਧ, ਉਹ ਮਤ ਜਿਹੜੀ ਵਿਚਾਰ ਕਰ ਸਕੇ ਕੀ ਠੀਕ ਹੈ ਕੀ ਗਲਤ ਹੈ। 90% ਲੋਕਾਂ ਨੂੰ ਇਹੀ ਨਹੀਂ ਪਤਾ ਕੀ ਠੀਕ ਹੈ ਅਤੇ ਕੀ ਗਲਤ ਹੈ। ਜਦੋਂ ਅਗਲੇ ਨੂੰ ਪਤਾ ਹੀ ਨਹੀਂ ਕੀ ਠੀਕ ਹੈ ਅਤੇ ਕੀ ਗਲਤ ਹੈ, ਉਹਨੇ ਕਰੀ ਜਾਣਾ ਗਲਤ ਮਲਤ ਕੰਮ। ਫਿਰ ਕਹਿੰਦਾ ਜੀ ਮੈਂ ਦੁਖੀ ਹਾਂ। ਵੀ ਪਰਮਾਤਮਾ ਨੇ ਤੈਨੂੰ ਮੱਤ ਦਿੱਤੀ ਹੈ। ਪਰਮਾਤਮਾ ਕਹਿੰਦਾ ਮੈਂ ਤੈਨੂੰ ਆਪਣੇ ਜਿੱਡੀ ਮੱਤ ਦਿੱਤੀ ਹੈ, ਮੈਂ ਤੈਨੂੰ ਆਪਣੇ ਜਿੱਡੀ ਮੱਤ ਦਿੱਤੀ ਹੈ, ਪਰ ਤੁਸੀਂ ਉਸਦੀ ਵਰਤੋਂ ਹੀ ਨਹੀਂ ਕਰਦੇ। ਵਰਤੋਂ ਨਹੀਂ ਕਰਦਾ ਬੰਦਾ, ਮੱਤ ਤੋਂ ਕੰਮ ਹੀ ਨਹੀਂ ਲੈਂਦਾ। ਇੱਕ ਮਨ ਹੁੰਦਾ ਹੈ, ਇੱਕ ਮੱਤ ਹੁੰਦੀ ਹੈ। 90% ਲੋਕ ਮਨ ਤੋਂ ਕੰਮ ਲੈਂਦੇ, ਮੱਤ ਤੋਂ ਕੰਮ ਹੀ ਨਹੀਂ ਲੈਂਦੇ। ਜੇ ਮੱਤ ਤੋਂ ਕੰਮ ਲਓ, ਜ਼ਰੂਰ ਤੁਹਾਡੀ ਮੱਤ ਤੁਹਾਨੂੰ ਦੱਸੇਗੀ ਜੋ ਤੁਸੀਂ ਕਰ ਰਹੇ ਹੋ ਠੀਕ ਹੈ ਕਿ ਗਲਤ ਹੈ। ਸੋ ਵਿਵੇਕ ਬੁੱਧ ਉਹ ਬੁੱਧ ਹੁੰਦੀ ਹੈ ਜਿਹੜੀ ਠੀਕ ਅਤੇ ਗਲਤ ਦਾ ਨਿਰਣਾ ਕਰ ਸਕੇ। ਤੁਹਾਡੇ 'ਚੋਂ ਕਈ ਗੁਰੂ ਪਿਆਰੇ ਸਤ ਸੰਗਤ ਕਰਨ ਤੋਂ ਪਹਿਲਾਂ ਸ਼ਰਾਬ ਪੀਆ ਕਰਦੇ ਸਨ। ਕਿਉਂ? ਉਹਨਾਂ ਨੇ ਕਦੇ ਵਿਵੇਕ ਬੁੱਧ ਤੋਂ ਕੰਮ ਹੀ ਨਾ ਲਿਆ ਕਿ ਕੀ ਸ਼ਰਾਬ ਪੀਣੀ ਠੀਕ ਹੈ ਕਿ ਗਲਤ ਹੈ। ਹੁਣ ਗੁਰੂ ਮਹਾਰਾਜ ਦੇ ਵਿੱਚ ਵਿਵੇਕ ਬੁੱਧ ਹੁੰਦੀ ਹੈ। ਜਦੋਂ ਸਤ ਸੰਗਤ ਕੀਤੀ, ਬਾਣੀ ਦੀ ਵਿਚਾਰ ਸੁਣੀ, ਫਿਰ ਪਤਾ ਲੱਗਾ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਜ਼ੋਰ ਚੱਲੇ, ਇਹ ਝੂਠੇ ਨਸ਼ੇ ਨਹੀਂ ਕਰਨੇ ਚਾਹੀਦੇ। ਬਹੁਤ ਸਾਰੇ ਪੀਣੋਂ ਹਟ ਗਏ, ਅੰਮ੍ਰਿਤਧਾਰੀ ਹੋ ਗਏ। ਫਿਰ ਮੈਂ ਪੁੱਛਿਆ ਵੀ ਹੁਣ ਤੁਸੀਂ ਕਿਉਂ ਪੀਣੋਂ ਹਟ ਗਏ ਜੀ? ਕਹੇ ਜੀ ਹੁਣ ਗਿਆਨ ਹੋ ਗਿਆ। ਹੁਣ ਗਿਆਨ ਹੋ ਗਿਆ ਕਿ ਨਹੀਂ ਪੀਣੀ ਚਾਹੀਦੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਅਗਰ ਤੁਸੀਂ ਗਿਆਨ ਹਾਸਲ ਕਰਨਾ ਤਾਂ ਫਿਰ ਤੁਹਾਨੂੰ ਗੁਰਬਾਣੀ ਦੇ ਲੜ ਲੱਗਣਾ ਪਏਗਾ, ਉਹਨੂੰ ਸਮਝਣਾ ਪਏਗਾ ਕੀ ਕਹਿੰਦੀ ਹੈ। ਗੁਰਬਾਣੀ 'ਚ ਵਿਵੇਕ ਬੁੱਧ ਹੈ ਸਾਰੀ। ਇਹਨੇ ਨਿਰਣੇ ਕੀਤੇ ਨੇ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਜਿਹੜਾ ਗੁਰਬਾਣੀ ਅਨੁਸਾਰ ਜੀਵਨ ਜਿਉਂਦਾ ਉਹਨੂੰ ਕਹਿੰਦੇ ਨੇ ਗੁਰਮੁਖ। ਜਿਹੜਾ ਆਪਣੀ ਮਰਜ਼ੀ ਕਰਦਾ ਉਹਨੂੰ ਕਹਿੰਦੇ ਨੇ ਮਨਮੁਖ। ਅਤੇ 90% ਲੋਕ ਮਨਮੁਖ ਨੇ, ਆਪਣੀ ਮਰਜ਼ੀ ਕਰਦੇ ਨੇ। ਇਸੇ ਲਈ ਸਮਾਜ 'ਚ ਦੁੱਖ ਹੀ ਦੁੱਖ ਸਾਰੇ ਪਾਸੇ ਫੈਲ ਗਿਆ ਹੈ। ਜਿਹਨੇ ਸੁਖੀ ਹੋਣ ਦਾ ਢੰਗ ਦੱਸਣਾ ਸੀ, ਉਹਦੀ ਤਾਂ ਅਸੀਂ ਗੱਲ ਹੀ ਨਹੀਂ ਸੁਣ ਕੇ ਰਾਜੀ। ਗੁਰੂ ਦੀ ਗੱਲ ਤੇ ਸੁਣ ਕੇ ਹੀ ਨਹੀਂ ਰਾਜੀ।
ਫਿਰ ਗਿਆਨ ਕਿੱਥੋਂ ਹੋਵੇ? ਗਿਆਨ ਹੋਏਗਾ ਤਾਂ ਜੀਵਨ ਬਦਲੇਗਾ। ਇਸ ਲਈ ਕਿ ਕਬੀਰ ਰਾਮੈ ਰਾਮ ਕਹੋ, ਹੇ ਭਾਈ ਰਾਮ ਰਾਮ ਕਹੋ, ਕਹਿਬੇ ਮਾਹੇ ਵਿਵੇਕ। ਪਰ ਰਾਮ ਕਹਿਣ ਦੇ ਵਿੱਚ ਵੀ ਇੱਕ ਵਿਚਾਰ ਵਾਲੀ ਗੱਲ ਹੈ, ਕਿਉਂਕਿ ਰਾਮ ਇੱਕ ਪਰਮਾਤਮਾ ਹੈ, ਇੱਕ ਰਾਮ ਸ਼੍ਰੀ ਰਾਮ ਚੰਦਰ ਜੀ ਨੇ। ਵੀ ਬੰਦਾ ਰਾਮ ਰਾਮ ਕਰ ਰਿਹਾ ਹੈ, ਉਹਨੂੰ ਗਿਆਨ ਹੋਣਾ ਚਾਹੀਦਾ ਹੈ ਮੈਂ ਕਿਸ ਰਾਮ ਦਾ ਨਾਮ ਜਪਣਾ। ਇੱਕ ਤਾਂ ਉਹ ਰਾਮ ਹੈ ਜਿਹਨੂੰ ਆਮ ਪਰਮਾਤਮਾ ਕਹਿੰਦੇ ਨੇ, ਇੱਕ ਉਹ ਰਾਮ ਹੈ ਜਿਹਨੂੰ ਰਾਮ ਚੰਦਰ ਜੀ ਕਹਿੰਦੇ ਨੇ। ਕਹਿੰਦੇ ਏਕ ਅਨੇਕ ਹੈ ਮਿਲ ਗਿਆ। ਇੱਕ ਰਾਮ ਤਾਂ ਸਾਰਿਆਂ 'ਚ ਮਿਲਿਆ ਹੋਇਆ ਹੈ, ਸਾਰਿਆਂ ਦੇ ਵਿੱਚ ਵਸਦਾ ਹੈ। ਏਕ ਸਮਾਨਾ ਏਕ, ਅਤੇ ਇੱਕ ਰਾਮ ਆਪਣੇ ਆਪ ਵਿੱਚ ਸੀਮਤ ਹੈ। ਹੁਣ ਇਹ ਬੰਦੇ ਨੇ ਦੇਖਣਾ ਕਿ ਮੈਂ ਜੋ ਰਾਮ ਰਾਮ ਕਰ ਰਿਹਾ, ਕਿ ਉਹ ਰਾਮ ਜਿਹੜਾ ਸਾਰਿਆਂ 'ਚ ਰਮਿਆ ਹੋਇਆ, ਸਾਰਿਆਂ 'ਚ ਵਸਦਾ ਹੈ, ਮੈਂ ਉਹਦਾ ਨਾਮ ਜਪਣਾ ਕਿ ਰਾਮ ਚੰਦਰ ਜੀ ਦਾ ਨਾਮ ਜਪਣਾ। ਆਹੀ ਵਿਚਾਰ ਕਰਨੀ। ਮਹਾਤਮਾ ਗਾਂਧੀ ਜੀ ਵੀ ਹਰ ਵਕਤ ਰਾਮ ਰਾਮ ਕਰਦੇ ਰਹਿੰਦੇ ਸਨ। ਉਹਨਾਂ ਨੂੰ ਮਹਾਤਮਾ ਕਹਿੰਦੇ ਹੀ ਇਸ ਲਈ ਸੀ। ਉਹਨਾਂ ਨੇ ਕਿਸੇ ਪੁੱਛਿਆ ਵੀ ਮਹਾਤਮਾ ਜੀ ਤੁਸੀਂ ਕਿਹੜੇ ਰਾਮ ਦਾ ਨਾਮ ਜਪਦੇ ਹੋ? ਰਾਮ ਦੋ ਨੇ, ਇੱਕ ਪਰਮਾਤਮਾ ਹੈ, ਉਹਨੂੰ ਵੀ ਰਾਮ ਕਹਿੰਦੇ ਨੇ, ਇੱਕ ਰਾਮ ਚੰਦਰ ਜੀ ਨੇ, ਉਹਨਾਂ ਨੂੰ ਰਾਮ ਕਹਿੰਦੇ ਨੇ। ਉਹ ਕਹਿੰਦੇ ਮੈਂ ਉਸ ਰਾਮ ਦਾ ਨਾਮ ਜਪਦਾ ਹਾਂ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਜਿਹੜਾ ਸਾਰਿਆਂ ਵਿੱਚ ਵਸਦਾ ਹੈ। ਭਾਵ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ। ਸਿੱਖ ਨੂੰ ਹਦਾਇਤ ਹੈ ਕਿ ਤੂੰ ਕਿਸੇ ਵਿਅਕਤੀ ਦਾ ਨਾਮ ਨਹੀਂ ਜਪਣਾ, ਤੂੰ ਪਰਮਾਤਮਾ ਦਾ ਨਾਮ ਜਪਣਾ। ਇਸ ਲਈ ਆਪਾਂ ਨੂੰ ਜਿਹੜਾ ਗੁਰਮੰਤਰ ਮਿਲਦਾ ਵਾਹਿਗੁਰੂ। ਪਰਮਾਤਮਾ ਦਾ ਦੂਜਾ ਕੀ ਨਾਮ ਹੈ? ਵਾਹਿਗੁਰੂ। ਵਾਹਿਗੁਰੂ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ। ਮੰਨ ਲਓ ਗੁਰੂ ਮਹਾਰਾਜ ਕਹਿੰਦੇ ਭਾਈ ਗੋਬਿੰਦ 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 ਕਰਿਆ ਕਰੋ, ਤਾਂ ਸਿੱਖਾਂ ਨੂੰ ਹੋਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜਪੀਏ ਕਿ ਉਹ ਜਿਹੜਾ ਗੋਬਿੰਦ ਪਰਮਾਤਮਾ ਨਾਮ ਜਪੀਏ? ਦੋਗੇ ਵੀ ਇਸ ਸ਼ੰਕਾ ਝੰਜਟ 'ਚ ਪੈ ਨਹੀਂ ਨਾ। ਸਿੱਖ ਸਿੱਧੇ ਹੀ ਕਹਿੰਦਾ ਵਾਹਿਗੁਰੂ ਦਾ ਨਾਮ ਜਪਣਾ, ਬਸ ਵਾਹਿਗੁਰੂ ਵਾਹਿਗੁਰੂ ਕਰਨਾ। ਅਤੇ ਵਾਹਿਗੁਰੂ ਕਿਸੇ ਵਿਅਕਤੀ ਦਾ ਨਾਮ ਨਹੀਂ ਸਿੱਖ ਕੌਮ 'ਚ ਹੈਗਾ। ਸਾਡੇ ਗੁਰੂਆਂ ਜਿਨ੍ਹਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਜਿਨ੍ਹਾਂ ਗੁਰੂਆਂ ਦੀ ਬਾਣੀ ਦਰਜ ਹੈ, ਉਹਨਾਂ ਕਿਸੇ ਦਾ ਨਾਮ ਵਾਹਿਗੁਰੂ ਨਹੀਂ ਹੈ, ਕਿਸੇ ਦਾ ਨਾਮ ਵਾਹਿਗੁਰੂ ਨਹੀਂ। ਇਸ ਲਈ ਹਰ ਇੱਕ ਸਿੱਖ ਨੂੰ ਪਤਾ ਹੈ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ, ਮੈਂ ਪਰਮਾਤਮਾ ਦਾ ਨਾਮ ਜਪਦਾ। ਕਹਿੰਦੇ ਇਸ ਲਈ ਸਾਰੇ ਰਾਮ ਰਾਮ ਕਹੋ। ਪਰ ਰਾਮ ਕਹਿਣ ਦੇ ਵਿੱਚ ਇੱਕ ਵਿਚਾਰ ਵਾਲੀ ਗੱਲ ਹੈ ਕਿ ਇੱਕ ਤਾਂ ਰਾਮ ਉਹ ਹੈ ਜਿਹੜਾ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ, ਏਕ ਅਨੇਕ ਹੈ, ਮਿਲ ਕੇ ਅਨੇਕਾਂ ਵਿੱਚ ਮਿਲਿਆ ਹੋਇਆ। ਇੱਕ ਹੈ ਜਿਹੜਾ ਇਕੱਲਾ ਆਪਣੇ ਆਪ ਵਿੱਚ ਹੈ। ਪਰਮਾਤਮਾ ਸਾਰਿਆਂ 'ਚ ਵਸਦਾ ਹੈ, ਇੱਕ ਇਕੱਲੇ ਨੇ, ਉਹ ਰਾਮ ਚੰਦਰ ਜੀ ਨੇ। ਇਸ ਲਈ ਤਾਂ ਕਿਹਾ ਵੀ ਰਾਮ ਤਾਂ ਦੋਨਾਂ ਦਾ ਹੀ ਨਾਮ ਹੈ, ਤੁਸੀਂ ਉਹ ਪਰਮਾਤਮਾ ਜਿਹੜਾ ਸਾਰਿਆਂ 'ਚ ਵਿਆਪਕ ਹੈ ਉਹਦਾ ਨਾਮ ਜਪਣਾ ਹੈ। ਅੱਗੇ ਕਹਿੰਦੇ ਕਬੀਰ ਜਾ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾਹੀਂ, ਤੇ ਘਰ ਮਰਹਟ ਸਾਰਖੇ, ਭੂਤ ਬਸੈ ਤਿਨ ਮਾਹੀ। ਜਾ ਹਿੰਦੀ ਦਾ ਸ਼ਬਦ ਹੈ। ਜਾ ਮੈਨੇ ਜਿਸ, ਜਾ ਘਰ ਸਾਧ ਨਾ ਸੇਵੀਏ, ਜਿਸ ਘਰ 'ਚ ਸਾਧੂਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਆਏ ਸਾਧੂਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਕੋਈ ਲੰਗਰ ਪਾਣੀ ਨਹੀਂ ਛਕਾਇਆ ਜਾਂਦਾ, ਕੋਈ ਬਸਤਰ ਨਹੀਂ ਦਿੱਤਾ ਜਾਂਦਾ, ਕੋਈ ਸਤਿਕਾਰ ਨਹੀਂ ਕੀਤਾ ਜਾਂਦਾ। ਕਈਆਂ ਤਾਂ ਉਂਝ ਹੀ ਸਾਧੂ ਸੰਤ ਦੇ ਨਾਮ ਤੋਂ ਐਲਰਜੀ ਹੈ, ਐਲਰਜੀ ਹੈ। ਉਹ ਕਹਿਣਗੇ ਨਹੀਂ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਜਿਹੜਾ ਪੈਰੀਂ ਹੱਥ ਨਹੀਂ ਲਾਉਣਾ।
ਹੁਣ ਸਾਧੂ ਕਿਹਨੂੰ ਕਹਿੰਦੇ ਨੇ? ਜਿਨ੍ਹਾਂ ਨੇ ਇੰਦਰੀਆਂ ਨੂੰ ਸਾਧ ਲਿਆ, ਕੰਟਰੋਲ ਵਿੱਚ ਕਰ ਲਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹਦੇ ਕੰਟਰੋਲ 'ਚ ਹੋ ਗਏ ਨੇ। ਅਸੀਂ ਤਾਂ ਇਹਨਾਂ ਦੇ ਅਧੀਨ ਹਾਂ। ਕੋਈ ਕਾਮ ਦੇ ਅਧੀਨ ਹੈ, ਜੇਲਾਂ ਹੋ ਗਈਆਂ ਨੇ। ਬਲਾਤਕਾਰ ਕਰਦੇ ਨੇ ਕਾਮ ਦੇ ਅਧੀਨ ਹੋਏ ਹੋਏ ਲੋਕ। ਨਾ ਵੇਖਦੇ ਨੇ 5 ਸਾਲ ਦੀ ਲੜਕੀ ਹੈ, ਨਾ ਵੇਖਦੇ 80 ਸਾਲ ਦੀ ਬੁੜੀ ਹੈ। ਦੱਸੋ, ਅੱਜ ਅਖਬਾਰ ਸੀ ਵੀ 80 ਸਾਲ ਦੀ ਬੁੜੀ ਨਾਲ ਗੁਆਂਢੀ ਦੇ ਮੁੰਡੇ ਨੇ ਬਲਾਤਕਾਰ ਕੀਤਾ। 80 ਸਾਲ ਦੀ ਬਜ਼ੁਰਗ ਹੈ। 4-4, 5-5 ਸਾਲਾਂ ਦੀਆਂ ਲੜਕੀਆਂ ਨੇ ਉਹਨਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ। ਇਸ ਲਈ ਗਿਆਨ ਹੀ ਨਹੀਂ ਹੈਗਾ। ਲੋਕ ਕਾਮ ਦੇ ਅਧੀਨ ਨੇ। ਜਿਹੜਾ ਬੰਦਾ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ ਅਧੀਨ ਹੈ, ਉਹ ਤਾਂ ਸਾਧੂ ਹੀ ਨਹੀਂ ਕਹਿਲਾ ਸਕਦਾ। ਉਹਨੂੰ ਆਪਣੇ ਆਪ ਨੂੰ ਸੰਤ ਕਹਿਲਾਉਣਾ ਹੀ ਨਹੀਂ ਚਾਹੀਦਾ। ਨਾ ਆਪਣੇ ਕਾਰਡ 'ਤੇ ਸੰਤ ਲਿਖਣਾ ਚਾਹੀਦਾ। ਦੂਜਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਵਾਕਈ ਸਾਧ ਹੈ। ਉਹ ਤਾਂ ਜਿਹੜੇ ਹਰ ਵਕਤ ਕੋਲ ਰਹਿੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਵਾਕਿਆ ਹੀ ਇਹ 5 ਬੁਰਾਈਆਂ ਤੋਂ ਉੱਪਰ ਹੈ। ਸੋ ਸਾਧ ਉਹ ਹੁੰਦਾ ਹੈ ਜਿਹਨੇ ਇਹਨਾਂ 5 ਬੁਰਾਈਆਂ ਨੂੰ ਸਾਧ ਲਿਆ, ਭਾਵ ਕੰਟਰੋਲ 'ਚ ਕਰ ਲਿਆ ਹੈ। ਨਹੀਂ ਤਾਂ ਆਮ ਲੋਕ ਕੋਈ ਕਾਮ ਦੇ ਅਧੀਨ ਹੈ, ਕੋਈ ਕ੍ਰੋਧ ਦੇ ਅਧੀਨ ਹੈ, ਗੁੱਸੇ 'ਚ ਆ ਕੇ ਕਤਲ ਤੱਕ ਕਰ ਦਿੱਤੇ ਜਾਂਦੇ ਨੇ। ਚੰਡੀਗੜ੍ਹ ਦਾ ਖਬਰ ਆਈ, ਇੱਕ ਮਾਂ ਦਾ ਇੱਕੋ ਇੱਕ ਮੁੰਡਾ ਸੀ। ਮਾਂ ਗਰੀਬ ਸੀ, ਮੁੰਡਾ ਕੋਈ ਕੰਮ ਨਹੀਂ ਸੀ ਕਰਦਾ। ਮਾਂ ਬਾਜ਼ਾਰ 'ਚ ਗਈ, ਸਾਰੀਆਂ ਸਬਜ਼ੀਆਂ ਦੇ ਰੇਟ ਪੁੱਛੇ। ਕੱਦੂ ਦਾ ਜਿਹੜਾ ਸੀ ਉਹ ਸਾਰਿਆਂ ਨਾਲੋਂ ਸਸਤਾ ਸੀ। ਉਹ ਕੱਦੂ ਲੈ ਆਈ। ਉਹਨੇ ਕੱਦੂ ਦੀ ਸਬਜ਼ੀ ਬਣਾਤੀ। ਮੁੰਡੇ ਨੂੰ ਨਹੀਂ ਪਸੰਦ ਹੋਣੀ। ਕਹਿੰਦਾ ਕਿਆ ਕੱਦ ਖਾਨਾ ਬਣਾਤਾ ਹੈ। ਉਹ ਕਹਿੰਦੇ ਪੁੱਤ ਆਪਾਂ ਗਰੀਬ ਹਾਂ, ਹੋਰ ਕੋਈ ਸਬਜ਼ੀ ਸਸਤੀ ਹੀ ਨਹੀਂ ਸੀ, ਮੈਂ ਇਸ ਲਈ ਲਿਆਂਦੀ। ਚਲੋ ਜੀ, ਅਗਲੇ ਦਿਨ ਕੁਦਰਤੀ ਫੇਰ ਜਿਹੜਾ ਹੈ ਕੱਦੂ ਹੀ ਸਸਤੇ ਸਨ। ਫੇਰ ਮਾਤਾ ਨੇ ਕੱਦੂ ਦੀ ਸਬਜ਼ੀ ਬਣਾਤੀ। ਮੁੰਡੇ ਨੂੰ ਚੜਿਆ ਗੁੱਸਾ। ਉਹਨੇ ਮਾਂ ਦਾ ਵੇਲਣਾ ਲਿਆ, ਚਕਲਾ ਵੇਲਣਾ ਹੁੰਦਾ ਨਾ, ਸਿਰ 'ਚ ਮਾਰਿਆ ਮਾਂ ਦੇ। ਉੱਥੇ ਰਸੋਈ 'ਚ ਮਰ ਗਈ ਉਹ। ਮਾਂ ਮਰ ਗਈ, ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ। ਅਤੇ ਮੈਂ ਦਿਲ 'ਚ ਕਿਹਾ ਕੋਈ ਨਹੀਂ, ਖਾ ਲੈ ਜਿਹੜਾ ਹੁਣ ਕੀ ਖਾਣਾ ਤੂੰ, ਹੁਣ ਜੇਲ੍ਹ ਦੀ ਖਾਏਂਗਾ, ਪਹਿਲਾਂ ਤਾਂ ਤੈਨੂੰ ਖਾਣ ਨੂੰ ਕੀ ਦੇਣਗੇ। ਇਹ ਕ੍ਰੋਧ ਦੇ ਅਧੀਨ ਆ ਜਾਣ। ਕਈ ਲੋਭ ਦੇ ਅਧੀਨ ਆ ਜਾਂਦੇ ਨੇ, ਰਿਸ਼ਵਤਾਂ ਲੈਂਦੇ ਫੜੇ ਜਾਂਦੇ ਨੇ। ਫੜੇ ਜਾਂਦੇ ਨਸ਼ੇ ਵੇਚਦੇ, ਇਹ ਵੀ ਲੋਭ ਹੈ ਨਾ। ਨਸ਼ੇ ਵੇਚਦੇ ਫੜੇ ਜਾਂਦੇ ਨੇ, ਫਿਰ ਜੇਲਾਂ ਹੁੰਦੀਆਂ ਨੇ। ਕੋਈ ਲੋਭ ਦੇ ਅਧੀਨ ਹੈ, ਕੋਈ ਮੋਹ ਦੇ ਅਧੀਨ ਹੈ। ਮੋਹ ਕਾਰਨ ਮਨੁੱਖ ਗਲਤ ਕਰਮ ਕਰਦਾ ਹੈ। ਅਤੇ ਹੰਕਾਰ ਦੇ ਅਧੀਨ ਤਾਂ 99% ਲੋਕ ਨੇ। ਹੰਕਾਰ 'ਤੇ ਤਾਂ ਕੋਈ ਵਿਰਲਾ ਟਾਵਾਂ ਬਚਿਆ ਹੈ। ਇਸ ਲਈ ਮਨੁੱਖ ਇਹਨਾਂ ਦੇ ਅਧੀਨ ਹੈ। ਇਸ ਲਈ ਸਾਧੂ ਵੀ ਵਿਰਲੇ ਟਾਵੇਂ ਹਨ। ਬ੍ਰਹਮ ਗਿਆਨੀ ਬਾਰੇ ਤਾਂ ਜ਼ਰੂਰ ਗੁਰਬਾਣੀ 'ਚ ਲਿਖਿਆ, ਕੋਟਣ ਮੈਂ ਕੋ, ਬਈ ਕਰੋੜਾਂ ਬੰਦੇ ਨਾਮ ਜਪਣ ਵਾਲੇ, ਉਹਨਾਂ 'ਚ ਕੋਈ ਵਿਰਲਾ ਟਾਵਾਂ ਬ੍ਰਹਮ ਗਿਆਨੀ ਹੁੰਦਾ ਹੈ। ਵਿਰਲਾ ਟਾਵਾਂ, ਕੋਟਣ ਮੈਂ, ਕਰੋੜਾਂ 'ਚ ਕੋਈ ਇੱਕ ਅੱਧਾ। ਪਰ ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ। ਇਹ ਤਾਂ ਅਸੀਂ ਚੋਣ ਕਰਦੇ ਹੋਏ ਵੇਖਣਾ ਹੈ ਕਿ ਜਿਹਦੇ ਕੋਲ ਅਸੀਂ ਰੋਜ਼ ਜਾਂਦੇ ਹਾਂ, ਜਿਹਦੇ ਅਸੀਂ ਲੜ ਲੱਗੇ ਹਾਂ, ਕੀ ਇਹ ਵਾਕਈ ਸਾਧੂ ਹੈ? ਅਤੇ ਜੇ ਉਹ ਸਾਧੂ ਹੈ ਤਾਂ ਉਹਨੇ ਤੁਹਾਡਾ ਕਲਿਆਣ ਕਰ ਦੇਣਾ ਹੈ। ਕਿਉਂਕਿ ਸਾਧੂ ਗੁਰੂ ਜਿੱਥੇ ਪੈਰ ਧਰਦੇ ਨਾ, ਧਰਤੀ ਪਵਿੱਤਰ ਹੋ ਜਾਂਦੀ। ਧਰਤੀ ਪਵਿੱਤਰ ਹੋ ਜਾਂਦੀ।
ਤੀਸਰੇ ਪਾਤਸ਼ਾਹ ਦੇ ਜੀਵਨ 'ਚ ਆਉਂਦਾ, ਸਵੇਰੇ ਸਿਮਰਨ ਕਰਨ ਤੋਂ ਬਾਅਦ ਉਹ ਸੈਰ ਕਰਨ ਨਿਕਲਦੇ ਸੀ। ਸਰਦੀਆਂ ਦੇ ਮੌਸਮ ਵਿੱਚ ਠੰਡ ਨਾਲ ਬਹੁਤ ਸਾਰੇ ਕੀੜੇ ਗਲੀ 'ਚ ਮਰ ਜਾਂਦੇ ਸਨ। ਤੀਸਰੇ ਪਾਤਸ਼ਾਹ ਸੈਰ ਕਰਦੇ ਹੋਏ ਜਿਹੜਾ ਕੀੜਾ, ਮਰਿਆ ਹੋਇਆ ਕੀੜਾ ਉਹਨਾਂ ਦੀ ਜੁੱਤੀ ਹੇਠ ਆ ਜਾਂਦਾ ਸੀ, ਉਹ ਜਿਉਂਦਾ ਹੋ ਜਾਇਆ ਕਰਦਾ ਸੀ, ਜਿਉਂਦਾ ਕਰਦਾ। ਇਹ ਇੰਨੀ ਕਮਾਈ ਸੀ। ਅਤੇ ਜਦੋਂ ਮੈਂ ਪੜ੍ਹਿਆ, ਮੈਂ ਲੈ ਜੈਮਲ ਸਿਆ, ਤੂੰ ਜੇ ਜਿਉਂਦੇ ਕੀੜੇ 'ਤੇ ਪੈਰ ਧਰਦੇ ਵਿਚਾਰਾ ਮਰ ਜਾਏਗਾ, ਮੇਰੇ ਤਾਂ ਜਿਉਂਦਾ ਕਰਨ ਬੜੀ ਦੂਰ ਦੀ ਗੱਲ ਹੈ। ਤੂੰ ਤਾਂ ਜਿਸ ਕੀੜੇ ਦੇ ਪੈਰ 'ਤੇ ਉਹੀ ਮਰ ਜੂਗਾ। ਇਸ ਲਈ ਸਾਧੂ ਦਾ ਅੰਗ ਅੰਗ ਪਵਿੱਤਰ ਹੁੰਦਾ ਹੈ। ਅਸਲ ਜਦੋਂ ਸਾਡਾ ਮਨ ਪਵਿੱਤਰ ਹੋ ਜਾਏਗਾ ਨਾ, ਸਰੀਰ ਦੇ ਸਾਰੇ ਅੰਗ ਆਪਣੇ ਆਪ ਹੀ ਪਵਿੱਤਰ ਹੋ ਜਾਂਦੇ ਨੇ, ਕਿਉਂਕਿ ਮਨ ਨੇ ਹੀ ਸਰੀਰ ਦੇ ਅੰਗਾਂ ਤੋਂ ਕੰਮ ਕਰਵਾਉਣਾ। ਮਨ, ਹੁਣ ਤੁਹਾਡੇ ਮੂੰਹ 'ਤੇ ਮੱਖੀ ਬਹਿ ਗਈ ਹੈ, ਮਨ ਇੱਕਦਮ ਹੱਥ ਨੂੰ ਹੁਕਮ ਦਿੰਦਾ ਹੈ ਕਿ ਹਿੱਲ, ਮੂੰਹ 'ਤੇ ਮੱਖੀ ਉਡਾ, ਹੱਥ ਮੂੰਹ 'ਤੇ ਮੱਖੀ ਉਡਾ ਦਿੰਦਾ। ਮਨ ਕਹਿੰਦਾ 7 ਵੱਜਣ ਵਾਲੇ ਨੇ, 7 ਵਜੇ ਤੋਂ ਪਹਿਲਾਂ ਪਹੁੰਚਣਾ, ਜਾ ਕੇ ਫਿਰ ਨਾ ਤਾਂ ਪਹਿਲੀ ਜੇ ਲੈ ਮੰਨ ਲਏ ਸੀ ਕੋਈ 7:15 ਆਉਂਦਾ, ਉਹ 15 ਮਿੰਟ ਤੋਂ ਉਹਦੇ ਖਰਾਬ ਹੀ ਹੋ ਗਏ। ਅਤੇ ਮੈਂ ਹੱਸਦਾ ਕਿ ਇਹਨਾਂ ਨੇ ਪੰਜਾਬ ਸਰਕਾਰ ਦਾ ਕਰਮਚਾਰੀ ਹੋਣਾ, ਕਿ ਪੰਜਾਬ ਸਰਕਾਰ ਦੇ ਕਰਮਚਾਰੀ ਨੂੰ ਆਦਤ ਹੈ ਵੀ 9 ਵਜੇ ਦਫ਼ਤਰ ਲੈ, 9 ਵਜੇ ਘਰੋਂ ਨਿਕਲਦੇ ਨੇ, ਅਤੇ 5 ਵਜੇ ਦਫ਼ਤਰ, 5 ਵਜੇ ਵਾਪਸ ਘਰ ਆ ਜਾਂਦੇ ਨੇ। ਬਹੁਤ ਸਾਰੇ ਨੇ ਇੱਥੇ ਕਲੋਨੀ 'ਚ ਮੈਂ ਦੇਖਿਆ ਸੀ, 9 ਵਜੇ ਦਫ਼ਤਰ ਲੱਗਦਾ, 9 ਵਜੇ ਕਿੱਕ ਮਾਰਿਆ ਸਕੂਟਰਾਂ ਨੂੰ। ਉਹੀ ਆਦਤ ਪੱਕੀ ਹੋਈ ਹੈ, ਪਤਾ ਵੀ 7 ਵਜੇ ਕਥਾ ਸ਼ੁਰੂ ਹੋ ਜਾਣੀ ਹੈ ਨਾ, ਕੋਈ 7:10 'ਤੇ ਆਇਆ, ਕੋਈ 7:15 ਆ ਰਿਹਾ, ਕੋਈ 7:30 ਆ ਰਿਹਾ, ਵੀ ਇੱਧਰ ਘਰ ਬਹਿ ਕੇ ਸੁਣ ਲਓ। ਆ ਜਿਹੜੇ 10-15 ਮਿੰਟ ਤੁਹਾਡੇ ਰਾਹ 'ਚ ਖਰਾਬ ਹੋ ਗਏ, ਤੁਸੀਂ ਸੁਣ ਹੀ ਨਹੀਂ ਸਕੇ ਵੀ ਕੀ ਕਿਹਾ। ਆਪ ਜੀ ਨੂੰ ਬੇਨਤੀ ਹੈ, ਜਾਂ ਇੱਥੇ 7 ਵਜੇ ਤੋਂ ਪਹਿਲਾਂ ਪਹੁੰਚ ਜਾਓ, ਨਹੀਂ ਤਾਂ ਆਪਣੇ ਘਰ ਸੁਣਦੇ ਰਿਹਾ ਕਰੋ। ਇਹ ਵਾਰੀ ਦਰਵਾਜ਼ਾ ਖੜਕਦੇ ਦੀ ਆਵਾਜ਼ ਵਿੱਚ ਜਾਂਦੀ ਹੈ ਰਿਕਾਰਡ 'ਚ, ਕਿਉਂਕਿ ਜੋ ਵੀ ਆਵਾਜ਼ ਆਵੇਗੀ ਉਹ ਜਾਏਗੀ ਪਬਲਿਕ ਤੱਕ ਵੀ ਵਾਰੀ ਦਰਵਾਜ਼ਾ ਖੁੱਲ੍ਹ ਰਿਹਾ ਹੈ। ਆਪ ਜੀ ਨੂੰ ਬੇਨਤੀ ਹੈ, ਜਾਂ ਤਾਂ 7 ਵਜੇ ਤੋਂ ਪਹਿਲਾਂ ਪਹੁੰਚ ਜਾਣਾ। ਜੇ ਤੁਹਾਨੂੰ ਪਤਾ ਲੱਗ ਜਾਏ ਮੈਂ 7 ਵਜੇ ਤੱਕ ਨਹੀਂ ਪਹੁੰਚ ਸਕਦਾ, ਆਪਣੇ ਘਰ ਬੈਠ ਕੇ ਸੁਣ ਲਓ, ਤਾਂ ਜੋ ਤੁਹਾਡਾ 1 ਘੰਟਾ ਲੇਖੇ ਤਾਂ ਲੱਗੇ। ਤੁਸੀਂ 15 ਮਿੰਟ ਦਾ ਰਾਹ 'ਚ ਆਉਣ 'ਚ ਹੀ ਲਾਤੇ, ਉਹ ਤਾਂ ਐਵੇਂ ਹੀ ਗਏ 15 ਮਿੰਟ, ਪਰ ਕੀ ਕਿਹਾ ਗਿਆ। ਹੋ ਸਕਦਾ ਗੁਰੂ ਬਾਰੇ ਬਹੁਤ ਹੀ ਗਿਆਨ ਵਾਲੀ ਗੱਲ ਕਹੀ ਹੋਵੇ, ਜਿਹੜੀ 15 ਮਿੰਟ ਤੁਸੀਂ ਸੁਣ ਹੀ ਨਹੀਂ ਸਕੇ, ਐਵੇਂ ਗਈ ਹੈ। ਇਸ ਲਈ ਇੱਥੇ ਆਉਣਾ 7 ਵਜੇ ਤੋਂ ਪਹਿਲਾਂ ਆਉਣਾ। ਜੇ ਪਤਾ ਲੱਗ ਗਿਆ ਤਾਂ ਫਿਰ ਆਪਣੇ ਜਿਹੜਾ ਘਰ ਰਹਿ ਜਾਣਾ, ਵੀ ਉੱਥੇ ਬੈਠ ਕੇ ਸੁਣ ਲਓ। ਸਹੂਲਤ ਹੁਣ ਤੁਹਾਨੂੰ ਹੈਗੀ ਹੈ, ਸਾਡੇ ਵਾਲੇ ਕੋਈ ਤੁਹਾਨੂੰ ਕੰਪਲਸ਼ਨ ਨਹੀਂ। ਉਹ ਤਾਂ ਵਾਰੀ ਪੁੱਛਦੇ ਸਨ ਮੈਨੂੰ ਵੀ, ਮਨਿੰਦਰ ਸਿੰਘ ਨੂੰ ਵੀ, ਇਹ ਜੀ ਕਦੋਂ ਅਸੀਂ ਕਥਾ ਸੁਣ ਸਕਦੇ ਹਾਂ। ਅਸੀਂ ਕਹਤਾ ਭਾਈ ਆ ਜਾ ਕਰੋ। ਅਤੇ ਜੇ ਐਂ ਆਉਣਾ ਕੋਈ 7:15, ਕੋਈ 7:30, ਕੋਈ 7:45, ਇਹਦੇ ਨਾਲ ਨਾ ਆਇਆ ਕਰੋ, ਆਪਣੇ ਘਰ ਬੈਠ ਕੇ ਸੁਣੋ, ਨਾ ਸਾਨੂੰ ਡਿਸਟਰਬ ਕਰੋ, ਨਾ ਆਪਣਾ ਟਾਈਮ ਖਰਾਬ ਕਰੋ। ਸੋ ਅੱਗੇ ਤੋਂ ਖਿਆਲ ਰੱਖਣਾ ਜੀ। ਸੋ ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀਂ। ਜਿਸ ਘਰ 'ਚ ਸਾਧੂਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਹਰੀ ਦਾ ਨਾਮ ਨਹੀਂ ਜਪਿਆ ਜਾਂਦਾ। ਹਰ ਕੀ ਸੇਵਾ, ਪਰਮਾਤਮਾ ਸੇਵਾ, ਉਹਦਾ ਨਾਮ ਜਪਣਾ। ਕਿਉਂਕਿ ਜਿਹੜਾ ਵਿਅਕਤੀ ਹੁੰਦਾ ਹੈ, ਉਹਦੀ ਅਸੀਂ ਕਈ ਤਰੀਕੇ ਨਾਲ ਸੇਵਾ ਕਰ ਸਕਦੇ ਹਾਂ। ਉਹਦੇ ਬਸਤਰ ਧੋ ਕੇ ਵੀ ਉਹਦੀ ਸੇਵਾ ਹੈ, ਉਹਨੂੰ ਲੰਗਰ ਪਾਣੀ ਛਕਾ ਕੇ ਵੀ ਉਸ ਦੀ ਸੇਵਾ ਹੈ। ਜਿਸ ਥਾਂ 'ਤੇ ਉਹ ਤਾਂ ਰਹਿੰਦਾ, ਉਸ ਘਰ ਦੀ ਸਾਫ ਸਫਾਈ ਕਰਨਾ, ਪੋਚਾ ਫੇਰਨਾ, ਝਾੜੂ ਫੇਰਨਾ, ਇਹ ਵੀ ਸਾਧੂ ਦੀ ਸੇਵਾ ਹੈ। ਜਿਵੇਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈ ਰੁਮਾਲਾ ਸਾਹਿਬ ਉਹ ਧੋ ਰਿਹਾ, ਕੋਈ ਸੁੱਖ ਆਸਣ ਲਈ ਕੱਪੜਾ ਸਾਫ਼ ਕਰ ਰਿਹਾ ਹੈ, ਠੀਕ ਹੈ ਜੀ। ਕੋਈ ਮੰਜੀ ਸਾਹਿਬ ਦੇ ਪਾਵੇ ਕੱਪੜੇ ਲੈ ਕੇ ਸਾਫ਼ ਕਰ ਰਿਹਾ ਹੈ, ਕੋਈ ਗੁਰੂ ਘਰ ਦੀ ਸਫਾਈ ਕਰ ਝਾੜੂ ਫੇਰ ਰਿਹਾ ਹੈ, ਕੋਈ ਪੋਚਾ ਫੇਰ ਰਿਹਾ ਹੈ। ਇਹ ਸਾਰੀ ਗੁਰੂ ਦੀ ਹੀ ਸੇਵਾ ਹੈ। ਗੁਰੂ ਘਰ ਦੀ ਸੇਵਾ ਗੁਰੂ ਦੀ ਹੀ ਸੇਵਾ ਹੈ। ਸੋ ਇਸ ਲਈ
ਕਹਿੰਦੇ ਜਿਸ ਘਰ 'ਚ ਸਾਧਾਂ ਦੀ ਸੇਵਾ ਨਹੀਂ ਕੀਤੀ ਜਾਂਦੀ, ਹਰੀ ਦਾ ਨਾਮ ਨਹੀਂ ਜਪਿਆ ਜਾਂਦਾ, ਤੇ ਘਰ ਮਰਹਟ ਸਾਰਖੇ। ਮਰਹਟ ਹੁੰਦਾ ਮੜੀਆਂ, ਆਪਾਂ ਮੜੀਏ ਮੁਰਦਾ ਲੈ ਕੇ ਜਾ ਰਹੇ ਨਾ। ਸਾਰਖੇ ਮੈਨੇ ਵਰਗਾ, ਉਹ ਘਰ ਤਾਂ ਮੜੀਆਂ ਵਰਗਾ ਹੈ। ਉਹਨੂੰ ਘਰ ਨਹੀਂ ਕਹਿਣਾ ਚਾਹੀਦਾ, ਉਹਦੇ ਮੜੀਆਂ ਨੇ। ਭੂਤ ਬਸੈ ਤਿਨ ਮਾਹੇ, ਉਸ ਘਰ 'ਚ ਬੰਦੇ ਨਹੀਂ ਵਸਦੇ, ਭੂਤ ਪ੍ਰੇਤ ਵਸਦੇ। ਇੱਕ ਵਾਰੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਕੁਰਸੀ ਲੱਗੀ ਹੈ। ਤੁਸੀਂ ਕਹੋਗੇ ਇਹਦਾ ਕੀ ਭਾਵ ਹੈ? ਸੰਤ ਈਸ਼ਰ ਸਿੰਘ ਮਹਾਰਾਜ ਕੁਰਸੀ 'ਤੇ ਬੈਠੇ ਨੇ, ਸੰਗਤ ਆ ਕੇ ਆਪਣੀ ਸਮੱਸਿਆਵਾਂ ਦਾ ਹੱਲ ਪੁੱਛ ਰਹੀਆਂ ਨੇ। ਉਹਨੂੰ ਕਹਿੰਦੇ ਮਹਾਂਪੁਰਖਾਂ ਦੀ ਕੁਰਸੀ ਲੱਗੀ ਹੈ ਭਾਈ, ਜਿੰਨਾ ਮਿਲਦਾ ਮਿਲ ਲਓ। ਕਾਫੀ ਸੰਗਤ ਬੈਠੇ ਸੀ। ਇੱਕ ਉੱਠਿਆ, ਕਹਿੰਦੇ ਮਹਾਰਾਜ ਜੀ, ਕਈ ਮਹਾਂਪੁਰਖਾਂ ਨੂੰ ਮਹਾਰਾਜ ਜੀ ਕਹਿੰਦੇ ਕਿ ਮਹਾਰਾਜ ਜੀ ਇਹ ਗੁਰਬਾਣੀ 'ਚ ਲਿਖਿਆ ਭੂਤ ਪ੍ਰੇਤ ਹੁੰਦੇ ਨੇ। ਕਹਿੰਦੇ ਹੁੰਦੇ ਨੇ? ਹਾਂ, ਕਹਿੰਦੇ ਭਾਈ ਹੁੰਦੇ ਨੇ। ਤੁਸੀਂ ਕਦੇ ਵੇਖੇ ਨੇ? ਕਹਿੰਦੇ ਅਸੀਂ ਤਾਂ ਭਾਈ ਰੋਜ਼ ਹੀ ਵੇਖਦੇ ਹਾਂ। ਸਾਨੂੰ ਵਿਖਾ ਸਕਦੇ ਹੋ? ਹਾਂ, ਕਹਿੰਦੇ ਵਿਖਾ ਸਕਦੇ ਹਾਂ। ਕਦੋਂ ਵਿਖਾਓਗੇ? ਕਹਿੰਦੇ ਹੁਣੇ ਹੀ ਵਿਖਾ ਦਿੰਦੇ ਹਾਂ। ਕਹੇ ਜੀ ਵਿਖਾ ਦਿਓ। ਅਤੇ ਉਹਨਾਂ ਕਿਹਾ ਭਾਈ ਜਿੰਨੇ ਤੁਸੀਂ ਬੈਠੇ ਹੋਏ ਹੋ, ਤੁਹਾਡਾ ਸੱਚੋ ਸੱਚ ਤੁਹਾਡੇ 'ਚੋਂ ਜਿਹੜੇ ਸ਼ਰਾਬ ਪੀਂਦੇ ਨੇ ਖੜ੍ਹੇ ਹੋ ਜਾਓ। ਕਈ ਹੋ ਗਏ ਖੜ੍ਹੇ, ਕਹਿ ਲੈ ਦਰਸ਼ਨ ਕਰ ਲੈ, ਇਹ ਜਿਉਦੇ ਹੀ ਭੂਤ ਨੇ। ਕਿ ਤੂੰ ਕਹਿੰਦਾ ਭੂਤ ਦਰਸ਼ਨ ਕਰਨ, ਆ ਕਰ ਲੈ ਕਰਨ ਦਰਸ਼ਨ, ਇਹ ਜਿਉਦੇ ਭੂਤ ਖੜ੍ਹੇ ਨੇ। ਸ਼ਰਾਬੀ ਕੋਲ ਕਿੱਥੇ ਟਾਈਮ ਹੈ ਸਤਸੰਗ ਕਰਨ ਨੂੰ, ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ? ਭੂਤਾਂ ਪ੍ਰੇਤਾਂ ਵਾਲਾ ਜੀਵਨ ਹੈ। ਹੋਰ ਕਿਆ? ਭੂਤ ਦਾ ਕੰਮ ਹੈ ਦੂਜਿਆਂ ਨੂੰ ਦੁਖੀ ਕਰਨਾ। ਜਿਹਨੂੰ ਭੂਤ ਚੰਬੜ ਜਾਣ ਨੂੰ ਪੁੱਛ ਕੇ ਦੇਖੋ ਕਿੰਨਾ ਦੁਖੀ ਹੁੰਦਾ ਉਹ। ਭੂਤ ਦਾ ਕੰਮ ਹੈ ਦੁਖੀ ਕਰਨਾ। ਅਤੇ ਜਿਸ ਘਰ 'ਚ ਸ਼ਰਾਬੀ ਕਬਾਬੀ ਨੇ, ਘਰ ਦੇ ਜੀ ਉਸ ਤੋਂ ਦੁਖੀ ਹੁੰਦੇ ਨੇ। ਪੁੱਛ ਕੇ ਦੇਖ ਲਓ, ਬਾਕੀ ਜੀ ਦੁਖੀ ਹੁੰਦੇ ਨੇ। ਸੋ ਕਹਿੰਦੇ ਉਹ ਘਰ ਜਿੱਥੇ ਸਾਧੂਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਜਿਸ ਘਰ 'ਚ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਤੇ ਘਰ ਮਰਹਟ ਸਾਰਖ ਹੈ। ਉਹ ਘਰ ਤੇ ਮੜੀਆਂ ਵਰਗੇ ਹਨ। ਮਰਹਟ ਮੜੀਆਂ, ਸਾਰਖੇ ਵਰਗੇ। ਉਹ ਘਰ ਤਾਂ ਮੜੀਆਂ ਵਰਗੇ ਹਨ। ਭੂਤ ਬਸੈ ਤਿਨ ਮਾਹੇ, ਉਹਨਾਂ ਘਰਾਂ 'ਚ ਬੰਦੇ ਨਹੀਂ, ਭੂਤ ਵਸਦੇ ਹਨ। ਉਹ ਦੇਖਣ ਨੂੰ ਬੰਦੇ ਨੇ, ਜਨਾਨੀਆਂ ਨੇ, ਕੰਮ ਹੁੰਦੇ ਭੂਤਾਂ ਪ੍ਰੇਤਾਂ ਵਾਲੇ। ਸੋ ਇਸ ਲਈ ਭਾਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ। ਕਿਸੇ ਮਹਾਤਮਾ ਨਾਲ ਤੁਹਾਡਾ ਸੰਬੰਧ ਹੈ, ਉਹ ਆ ਗਏ ਨੇ ਤੁਹਾਨੂੰ ਮਿਲਣ, ਉਹਨੂੰ ਲੰਗਰ ਪਾਣੀ ਛਕਾਓ, ਚਾਹ ਪਾਣੀ ਪਿਲਾਓ, ਜੋ ਵੀ ਤੁਸੀਂ ਸੇਵਾ ਕਰ ਸਕਦੇ ਹੋ। ਤੁਹਾਡੇ ਕੋਲ ਸਮਰੱਥਾ ਹੈ, ਬਸਤਰ ਦੇ ਦਿਓ ਉਹਨਾਂ ਨੂੰ। ਕਿਉਂਕਿ ਹੋਰ ਕਿਸੇ ਨੂੰ ਤੁਸੀਂ ਮੰਗਦੇ ਨੂੰ 10,000 ਰੁਪਏ ਦੇ ਦਿਓ, ਉਹ ਤੁਹਾਡੇ ਲਈ ਕੋਈ ਅਰਦਾਸ ਨਹੀਂ ਕਰੇਗਾ। ਸਾਧੂ ਨੂੰ ਤੁਸੀਂ 50 ਰੁਪਏ ਦੀ ਰੋਟੀ ਖਵਾਤੀ ਹੈ, ਉਹ ਤੁਹਾਡੀ ਅਰਦਾਸ ਕਰਕੇ ਜਾਏਗਾ। ਅਤੇ ਮੰਗਤੇ ਦੀ ਨਾ ਮੰਗ, ਯਾਦ ਰੱਖੇ, ਮੰਗਤੇ ਦੀ ਨਾ ਦੁਰ ਅਸੀਸ ਲੱਗਦੀ ਹੈ, ਨਾ ਅਸੀਸ ਲੱਗਦੀ ਹੈ। ਸਾਧੂ ਦੀ ਦੁਰ ਅਸੀਸ ਵੀ ਲੱਗ ਜਾਂਦੀ ਹੈ ਅਤੇ ਅਸੀਸ ਵੀ ਲੱਗਦੀ ਹੈ। ਤੁਸੀਂ ਕਹੋ ਜੇ ਮੰਗਤਾ ਦੁਰ ਅਸੀਸ ਦੇ ਕਿਉਂ ਨਹੀਂ ਲੱਗਦੀ? ਉਹਦੀ ਕਮਾਈ ਕੋਈ ਨਹੀਂ। ਅਸੀਸ ਅਤੇ ਦੁਰ ਅਸੀਸ ਉਸ ਬੰਦੇ ਦੀ ਲੱਗਦੀ ਹੈ ਜਿਹੜਾ ਬਹੁਤ ਭਜਨ ਬੰਦਗੀ ਕਰਨ ਵਾਲਾ ਹੈ। ਜਿਹੜਾ ਭਜਨ ਬੰਦਗੀ ਕਰਨ ਵਾਲੇ ਤੁਹਾਨੂੰ ਚਾਹੇ ਦੁਰ ਜਿੰਨੀ ਮਰਜ਼ੀ ਦੁਰ ਅਸੀਸਾਂ ਦੇ ਦਿਓ, ਉਹਦੀ ਕੋਈ ਨਹੀਂ ਲੱਗਦੀ। ਨਾ ਉਹਦੀ ਤੁਹਾਨੂੰ ਅਸੀਸ ਲੱਗੇ, ਨਾ ਉਹਦੀ ਕੋਈ ਦੁਰ ਅਸੀਸ ਲੱਗੇ। ਅਸੀਸ ਅਤੇ ਦੁਰ ਅਸੀਸ ਹਮੇਸ਼ਾ ਨਾਮ ਜਪਣ ਵਾਲੇ ਦੀ ਲੱਗਿਆ ਕਰਦੀ ਹੈ। ਅਤੇ ਸਿੱਖ ਧਰਮ ਦੇ ਵਿੱਚ ਦੁਰ ਅਸੀਸ ਦੇਣ ਦਾ ਰਿਵਾਜ਼ ਹੀ ਨਹੀਂ ਹੈ। ਸਾਡੇ ਜਿੰਨੇ ਗੁਰੂ ਹੋਏ, ਭਗਤਾਂ ਦੀ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਸਿੱਖ ਕੌਮ 'ਚ ਜਿਹੜੇ ਸ਼ਹੀਦ ਹੋਏ, ਕਿਸੇ ਦੇ ਜੀਵਨ 'ਚ ਵੀ ਨਹੀਂ ਆਉਂਦਾ ਵੀ ਕਦੇ ਉਹਨਾਂ ਨੇ ਕਿਸੇ ਨੂੰ ਦੁਰ ਅਸੀਸ ਦਿੱਤੀ ਹੋਵੇ। ਪੰਚਮ ਪਾਤਸ਼ਾਹ ਨੂੰ ਜਹਾਂਗੀਰ ਨੇ ਤੱਤੀਆਂ ਤਵੀਆਂ 'ਤੇ ਬਿਠਾ ਕੇ
ਤਸੀਹੇ ਦਿੱਤੇ, ਪਰ ਪੰਚਮ ਪਾਤਸ਼ਾਹ ਨੂੰ ਕੋਈ ਦੁਰਸੀਸ ਨਹੀਂ ਦਿੱਤੀ। ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ ਦਿੱਲੀ ਸਦਕੇ, ਪਰ ਉਹਨਾਂ ਔਰੰਗਜ਼ੇਬ ਨੂੰ ਕੋਈ ਦੁਰਸੀਸ ਨਹੀਂ ਦਿੱਤੀ। ਸਿੱਖ ਕੌਮ 'ਚ ਦੁਰ ਅਸੀਸ ਦੇਣ ਦਾ ਰਿਵਾਜ਼ ਹੀ ਨਹੀਂ ਹੈ। ਦਿੰਦੇ ਨੇ ਤਾਂ ਅਸੀਸ ਦਿੰਦੇ ਨੇ, ਅਤੇ ਨਹੀਂ ਤਾਂ ਚੁੱਪ ਕਰ ਰਹਿੰਦੇ, ਨਹੀਂ ਤਾਂ ਚੁੱਪ ਕਰ ਰਹਿੰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਨਾਮ ਜਪਣ ਵਾਲੇ ਜੇ ਦੁਰਸੀਸ ਦਿੱਤੀ, ਜਿਹਨੂੰ ਦਿੱਤੇ ਉਹਦਾ ਪੱਠਾ ਬਹਿ ਜਾਣਾ। ਦਰਵਾਸ਼ਾ ਰਿਸ਼ੀ ਨੇ ਦੁਰਸੀਸ ਦਿੱਤੀ ਸੀ ਕ੍ਰਿਸ਼ਨ ਮਹਾਰਾਜ ਦੇ ਪਰਿਵਾਰ ਨੂੰ। ਕ੍ਰਿਸ਼ਨ ਮਹਾਰਾਜ ਦਾ ਮੁੰਡਾ ਬਹੁਤ ਸੋਹਣਾ ਸੀ, ਸੁੰਭ, ਉਹਦੇ ਨਾਲ ਸੀ ਸੁੰਭ। ਕ੍ਰਿਸ਼ਨ ਮਹਾਰਾਜ ਨੇ ਸਾਰੇ ਇਲਾਕੇ ਦੇ ਸਾਧੂ ਸੱਦੇ ਹੋਏ ਸਨ, ਯੱਗ ਚੱਲ ਰਿਹਾ ਸੀ। ਆਪ ਉਹ ਹੱਥ ਸੁੱਚੇ ਕਰਾਉਂਦੇ, ਸਾਰੇ ਸਾਧੂ ਦੇ ਲੰਗਰ ਛਕਾਉਂਦੇ ਸਨ। ਮੁੰਡੇ ਮੈਂ ਦੇਖਿਆ, ਜਿਹੜਾ ਬੱਚਾ ਹੈ ਇਹ ਚਾਹੇ ਸਤਯੁਗ ਦਾ ਚਾਹੇ ਕਲਯੁਗ ਦਾ, ਇਹਦਾ ਸੁਭਾਅ ਹੋਏ ਜੇ ਰਹਿੰਦਾ, ਇਹ ਸੁਭਾਅ ਹੋਏ ਜੇ ਰਹਿੰਦਾ। ਕੁਝ ਬੱਚੇ ਰਲ ਗਏ। ਜਿਹੜੇ ਕ੍ਰਿਸ਼ਨ ਮਹਾਰਾਜ ਦਾ ਲੜਕਾ ਸੀ ਸੁੰਭ, ਉਹ ਬਹੁਤ ਸੋਹਣਾ ਸੀ, ਕੁੜੀਆਂ ਵਰਗਾ ਸੀ। ਉਹਦੇ ਢਿੱਡ ਦੇ ਵੱਡੀ ਸਾਰੀ ਬਾਟੀ ਬੰਨ੍ਹਤੀ ਕੱਪੜੇ ਨਾਲ, ਉੱਤੋਂ ਦੇ ਔਰਤਾਂ ਵਾਲੇ ਕੱਪੜੇ ਪਵਾਤੇ, ਵੀ ਦੇਖਣ ਨੂੰ ਐਂ ਲੱਗੇ ਵੀ ਤੇ ਬੱਚਾ ਹੋਣ ਵਾਲਾ। ਕਿ ਚਲੋ ਸਾਧੂ ਨੂੰ ਪੁੱਛਦੇ ਹਾਂ ਜਾ ਕੇ। ਸਾਧੂ ਨੇ, ਇਹ ਪਹਿਲੇ ਸਾਧੂ ਕੋਲੇ ਗਏ। ਮਹਾਰਾਜ ਜੀ, ਮਹਾਰਾਜ ਆਓ ਵੀ ਕਿਵੇਂ ਆਇਓ? ਆਹ ਸਾਡੀ ਸਹੇਲੀ ਹੈ ਜੀ, ਅਸੀਂ ਪੁੱਛਣਾ ਇਹਦੇ ਲੜਕਾ ਹੋਏਗਾ ਕਿ ਲੜਕੀ ਹੋਏਗੀ? ਚਲੋ ਚਲੋ, ਸਾਧੂ ਨੂੰ ਮਖੌਲ ਨਹੀਂ ਕਰੀਦਾ। ਅਗਲੇ ਦੇ ਚਲੇ ਗਏ। ਮਹਾਰਾਜ ਜੀ ਆਹ ਦੱਸਿਓ ਜੀ, ਇਹਦੇ ਲੜਕਾ ਹੋਊ ਕਿ ਲੜਕੀ? ਕਹਿੰਦੇ ਚਲੋ ਚਲੋ, ਸਾਧੂ ਨੂੰ ਮਖੌਲ ਨਹੀਂ ਕਰੀਦਾ ਹੁੰਦਾ। ਐਂ ਹੀ ਕਰੀ ਗਏ। ਦੁਰਵਾਸ਼ਾ ਰਿਸ਼ੀ ਕੋਲ ਚਲੇ ਗਏ, ਉਹ ਥੋੜ੍ਹੇ ਗੁਸੈਲ ਸੀ। ਉਹ ਕਹੇ ਚਲੋ ਚਲੋ, ਸਾਧੂ ਨੂੰ ਮਖੌਲ ਨਹੀਂ ਕਰੀਦਾ ਹੁੰਦਾ। ਕਹਿੰਦੇ ਅਸੀਂ ਜਿਹਦੇ ਕੋਲੇ ਜਾਂਦੇ ਕਿ ਚਲੋ ਚਲੋ, ਸਾਧੂ ਨੂੰ ਮਖੌਲ ਨਹੀਂ, ਇਹਦੇ ਵਿੱਚ ਤੁਹਾਨੂੰ ਕੁਛ ਆਉਂਦਾ ਹੀ ਨਹੀਂ ਹੈ। ਅਸੀਂ ਪੁੱਛਣ ਆਏ ਹਾਂ ਵੀ ਇਹਦੇ ਲੜਕਾ ਹੋਊ ਕਿ ਲੜਕੀ ਹੋਊ? ਅੱਗੋਂ ਕਹੇ ਚਲੋ ਚਲੋ। ਕਹਿੰਦਾ ਦੱਸਾਂ? ਹਾਂ, ਕਹੇ ਦੱਸੋ ਜੀ। ਉਹਦੇ ਅੱਗੇ ਪਾਣੀ ਪਿਆ ਸੀ ਗੜ, ਉਹਨੇ ਚੂਲੀ ਭਰੀ, ਧਰਤੀ 'ਤੇ ਮਾਰੀ। ਕਹਿੰਦੇ ਇਹਦੇ ਪੇਟ 'ਚ ਉਹ ਪੈਦਾ ਹੋਏਗਾ ਜੋ ਤੁਹਾਡੀ ਕੁਲ ਦਾ ਨਾਸ ਕਰ ਦੇਗਾ। ਉੱਡ ਗਏ ਰੰਗ ਉੱਡ ਗਏ। ਕ੍ਰਿਸ਼ਨ ਮਹਾਰਾਜ ਕੋਲੇ ਚਲੇ ਗਏ। ਉਹਨਾਂ ਦੇਖਿਆ ਇਹਦਾ ਚਿਹਰੇ ਦੇ ਰੰਗ ਉੱਡੇ ਨੇ। ਕਹਿੰਦੇ ਕੀ ਕਰਕੇ ਆ ਤੁਸੀਂ? ਕਹਿੰਦੇ ਜੀ ਆਹ ਗੱਲ ਹੋ ਗਈ। ਕਹਿੰਦੇ ਹੋਏ ਮੈਨੂੰ 3 ਦਿਨ ਹੋ ਗਏ ਉਹਨਾਂ ਦੀ ਸੇਵਾ ਕਰਦੇ ਹੋਏ, ਤੁਸੀਂ ਆਹ ਕੀ ਲੈ ਆਏ ਹੋ? ਕਿ ਨਹੀਂ ਜੀ, ਉਹਦਾ ਤੁਹਾਡਾ ਚੇਲਾ ਹੈ ਜੀ, ਤੁਸੀਂ ਉਹਦੇ ਗੁਰੂ ਹੋ ਜੀ, ਤੁਸੀਂ ਵੱਡੇ ਕਰਨਾ। ਸਾਡਾ ਇਹ ਅਸੂਲ ਹੈ ਕਿ ਅਸੀਂ ਜੇ ਕਿਸੇ ਨੂੰ ਕੁਛ ਕਹਿ ਦਈਏ, ਸਾਡਾ ਸੇਵਕ ਮੁਆਫ ਕਰ ਸਕਦਾ, ਪਰ ਜੇ ਸਾਡਾ ਭਗਤ ਕਿਸੇ ਨੂੰ ਕੁਛ ਕਹਿ ਦੇਗਾ, ਅਸੀਂ ਕੋਈ ਮਾਫ ਨਹੀਂ ਕਰ ਸਕਦੇ। ਇਸ ਲਈ ਹੁਣ ਕੁਲ ਦਾ ਨਾਸ ਹੋਏਗਾ ਹੀ ਹੋਏਗਾ। ਅਤੇ ਹੋ ਗਿਆ, ਅਤੇ ਕੁਲ ਦਾ ਨਾਸ ਹੋ ਗਿਆ। ਜਦੋਂ ਸਾਰੇ ਮਰ ਮੁਰ ਗਏ, ਆਪੇ ਲੜ ਕੇ ਕ੍ਰਿਸ਼ਨ ਮਹਾਰਾਜ ਇਕੱਲੇ ਰਹਿ ਗਏ। ਬਾਹਰ ਜੰਗਲ ਦੇ ਵਿੱਚ ਨਾ ਲੇਟੇ ਹਨ ਦਰਖਤ ਹੇਠਾਂ, ਗੋਡੇ ਦੇ ਉੱਤੇ ਦੂਜਾ ਲੱਤ ਰੱਖੀ ਹੋਈ ਹੈ। ਕ੍ਰਿਸ਼ਨ ਮਹਾਰਾਜ ਦੇ ਚਰਨਾਂ 'ਚ ਪਦਮ ਸੀ। ਦੂਰ ਇੱਕ ਸ਼ਿਕਾਰੀ ਬੈਠਾ ਸੀ। ਉਹਨੇ ਉਹ ਪਦਮ ਚਮਕ ਰਿਹਾ ਸੀ। ਉਹਨੇ ਸੋਚਿਆ ਵੀ ਇਹ ਹਿਰਨ ਦੀ ਅੱਖ ਚਮਕ ਰਹੀ ਹੈ। ਉਹਨੇ ਹਿਰਨ ਸਮਝ ਕੇ ਨਾ ਧਿਆਨ ਧਰ ਕੇ ਮਾਰਿਆ ਤੀਰ। ਉਹ ਕ੍ਰਿਸ਼ਨ ਮਹਾਰਾਜ ਦੇ ਆ ਕੇ ਪੇਟ 'ਚ ਵੱਜਾ। ਉਹਨੇ ਸੋਚਿਆ ਸ਼ਿਕਾਰ ਕਿਤੇ ਭੱਜ ਨਾ ਜਾਏ ਜ਼ਖਮੀ ਹੋ ਕੇ, ਉਹ ਜੋ ਨੇੜੇ ਆਇਆ ਕੀ ਦੇ ਦੇਵੇ। ਓਹੋ, ਇਹ ਤਾਂ ਸਾਡੇ ਰਾਜੇ ਸਨ, ਕਿ ਕ੍ਰਿਸ਼ਨ ਮਹਾਰਾਜ ਉਦੋਂ ਰਾਜੇ ਬਣ ਚੁੱਕੇ ਸਨ ਦਵਾਰਕਾ ਦੇ। ਉਹਦਾ ਰੋਣ ਲੱਗ ਗਿਆ ਵੀ ਮੈਂ ਤਾਂ ਬਹੁਤ ਭਾਰੀ ਗਲਤੀ ਹੋ ਗਈ। ਕ੍ਰਿਸ਼ਨ ਮਹਾਰਾਜ ਕਹਿੰਦੇ ਨਹੀਂ, ਤੇਰਾ ਮੇਰਾ ਹਿਸਾਬ ਹੋ ਗਿਆ, ਤੇਰਾ ਮੇਰਾ ਹਿਸਾਬ ਹੋ ਗਿਆ ਹੈ। ਉਹਨੂੰ ਸਮਝ ਨਹੀਂ ਆਇਆ।
ਕਹਿੰਦੇ ਮੈਂ ਪਿਛਲੇ ਜਨਮ 'ਚ ਨਾ ਤੈਨੂੰ ਲੁੱਕ ਕੇ ਤੀਰ ਮਾਰਿਆ ਸੀ, ਤੂੰ ਮਰਦਾ ਨਹੀਂ ਸੀ, ਤੈਨੂੰ ਮੈਂ ਲੁੱਕ ਕੇ ਤੀਰ ਮਾਰਿਆ ਸੀ, ਅਤੇ ਤੂੰ ਕਿਹਾ ਸੀ ਵੀ ਇਹ ਮਰਿਆਦਾ ਦੇ ਵਿਰੁੱਧ ਹੈ। ਕਹਿੰਦੇ ਮੈਂ ਪਿਛਲੇ ਰਾਮਚੰਦਰ ਹੁੰਦਾ ਸੀ, ਮੈਂ ਤੈਨੂੰ ਹੈ ਬਾਲੀ ਲੁੱਕ ਕੇ ਤੀਰ ਮਾਰਿਆ ਸੀ। ਤੁਸੀਂ ਕਿਹਾ ਸੀ ਵੀ ਤੁਸੀਂ ਮਰਿਆਦਾ ਪੁਰਸ਼ੋਤਮ ਹੋ, ਮਰਿਆਦਾ ਵੀ ਸਾਹਮਣੇ ਹੋ ਕੇ ਲੜੋ, ਤੁਸੀਂ ਮਰਿਆਦਾ ਭੰਗ ਕਰ ਦਿੱਤੀ ਹੈ। ਕਹਿੰਦੇ ਮੈਂ ਉਹਨੂੰ ਕਿਹਾ ਤੈਨੂੰ ਮਾਰਨਾ ਜ਼ਰੂਰੀ ਹੈ, ਤੂੰ ਦੁਸ਼ਟ ਆਦਮੀ ਹੈ, ਤੈਨੂੰ ਵਰ ਮਿਲਿਆ ਹੋਇਆ ਕਿ ਜਿਹੜਾ ਤੇਰੇ ਸਾਹਮਣੇ ਆਵੇਗਾ ਉਹਦੀ ਅੱਧੀ ਸ਼ਕਤੀ ਤੈਨੂੰ ਮਿਲ ਜਾਣੀ ਹੈ, ਇਸ ਲਈ ਮੈਂ ਤੇਰੇ ਸਾਹਮਣੇ ਆ ਕੇ ਤੈਨੂੰ ਨਹੀਂ ਸੀ ਮਾਰ ਸਕਦਾ, ਪਰ ਤੈਨੂੰ ਮਾਰਨਾ ਜ਼ਰੂਰੀ ਸੀ, ਇਸ ਲਈ ਮੈਂ ਲੁੱਕ ਕੇ ਤੈਨੂੰ ਤੀਰ ਮਾਰਿਆ, ਪਰ ਤੇਰਾ ਮੇਰਾ ਹਿਸਾਬ ਹੋਏਗਾ। ਅਤੇ ਕਹਿੰਦੇ ਹੇ ਸ਼ਿਕਾਰੀ, ਤੂੰ ਉਹੀ ਹੈ ਅਤੇ ਮੈਂ ਵੀ ਉਹੀ ਹਾਂ, ਮੈਂ ਤੈਨੂੰ ਲੁੱਕ ਕੇ ਤੀਰ ਮਾਰਿਆ ਸੀ, ਅੱਜ ਤੂੰ ਮੈਨੂੰ ਲੁੱਕ ਕੇ ਮਾਰਿਆ, ਤੇਰਾ ਮੇਰਾ ਹਿਸਾਬ ਹੋ ਗਿਆ, ਰੋ ਨਾ। ਅਤੇ ਕ੍ਰਿਸ਼ਨ ਮਹਾਰਾਜ ਨੇ ਸਰੀਰ ਤਿਆਗ ਦਿੱਤਾ, ਸਾਰਾ ਖਾਨਦਾਨ ਤਬਾਹ ਹੋ ਗਿਆ। ਇਸ ਲਈ ਜਾਂ ਤਾਂ ਸਾਧੂ ਕੋਲ ਜਾਓ ਹੀ ਨਾ, ਠੀਕ, ਤੁਹਾਡਾ ਨਹੀਂ ਵਿਸ਼ਵਾਸ ਹੈ ਤਾਂ ਮਤ ਜਾਓ। ਉਹ ਕਿਹੜਾ ਕਿਸੇ ਨੂੰ ਕੰਪੈਲ ਕਰਦੇ ਪਏ ਸਾਡੇ ਕੋਲ ਜ਼ਰੂਰ ਆਓ। ਜੇ ਜਾਓ ਤਾਂ ਫਿਰ ਸਤਿਕਾਰ ਕਰੋ, ਕੋਈ ਠੱਠਾ ਮਖੌਲ ਨਹੀਂ ਕਰਨਾ ਸਾਧੂਆਂ ਨਾਲ, ਸਤਿਕਾਰ ਕਰੋ। ਨਹੀਂ ਵਿਸ਼ਵਾਸ ਸਾਧੂ ਨਾ ਜਾਓ, ਆਪਣੇ ਗੁਰਦੁਆਰੇ ਚਲੇ ਜਾਓ, ਨਾ ਜਾਓ ਡੇਰੇ 'ਤੇ ਕਿਸੇ 'ਤੇ, ਉਹ ਤਾਂ ਕੋਈ ਜ਼ਰੂਰੀ ਨਹੀਂ ਵੀ ਜ਼ਰੂਰ ਜਾਣਾ ਜੀ, ਪਰ ਨਹੀਂ, ਉਹਨਾਂ ਕੁਛ ਕਹਿਣਾ ਨਹੀਂ ਹੈ, ਕਿਉਂਕਿ ਕੀ ਪਤਾ ਅਗਲਾ ਬੋਲ ਕੇ ਨਾ ਕਹੇ, ਮਨ 'ਚ ਕਹਿ ਦੇ ਵੀ ਤੇਰਾ ਸਤਿਆਨਾਸ ਤੇਰਾ ਹੈ, ਤੂੰ ਐਂ ਬੋਲਦੇ, ਮਨ 'ਚ ਕਹਿ ਦੇ ਤਾਂ ਵੀ ਹੋ ਜਾਣਾ, ਤਾਂ ਵੀ ਹੋ ਜਾਣਾ। ਇਸ ਲਈ ਕਹਿੰਦੇ ਸਾਧੂ ਦੀ ਤਾਂ ਸੇਵਾ ਕਰੀਦੀ, ਨਹੀਂ ਤਾਂ ਉਂਝ ਕੁਛ ਨਹੀਂ ਕਹੀਦਾ, ਠੀਕ ਹੈ। ਨਹੀਂ ਤੁਸੀਂ ਸੇਵਾ ਕਰਨੀ, ਮੰਨ ਲਓ ਕੋਈ ਆ ਗਿਆ ਮੇਰੇ ਬੂਹੇ 'ਤੇ, ਮੈਂ ਉਹਦੀ ਕੋਈ ਸਹਾਇਤਾ ਨਹੀਂ ਕਰਨੀ, ਮੈਂ ਕੁਛ ਵੀ ਨਾ ਕਹਾਂ ਵੀ ਚੱਲ ਕਿੱਥੇ ਆ ਗਿਆ, ਦੌੜ ਜਾ ਇੱਥੋਂ, ਅੱਗੇ ਨਾ ਕਰ, ਲੋੜ ਹੀ ਨਹੀਂ ਕਰਨੀ, ਆਪਣੇ ਕਮਰੇ 'ਚ ਬੈਠੇ ਰਹੋ, ਆਪੇ ਅਗਲਾ ਬੋਲ ਕੇ ਚਲੇ ਜਾਵੇ। ਅਤੇ ਜੇ ਤੁਸੀਂ ਭਾਈ ਕੋਈ ਸੇਵਾ ਕਰ ਸਕਦੇ ਹੋ, ਤੁਸੀਂ ਕੋਈ ਜਾਇਜ਼ ਸਮਝਦੇ ਹੋ, ਉਹਦੀ ਸੇਵਾ ਕਰ ਦਿਓ। ਸੋ ਜਿਸ ਘਰ ਦੇ ਵਿੱਚ ਸਾਧੂਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਜਿਸ ਘਰ 'ਚ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਕਹਿੰਦੇ ਉਹ ਘਰ ਨਹੀਂ ਹੈਗੇ, ਉਹ ਤਾਂ ਭੂਤ ਬਾੜੇ ਨੇ। ਕਿਉਂਕਿ ਜਿਹੜੇ ਭੂਤ ਨੇ ਇਹ ਮੜੀਆਂ 'ਚ ਹੁੰਦੇ ਨੇ, ਭੂਤ ਪ੍ਰੇਤ ਮੜੀਆਂ 'ਚ ਹੁੰਦੇ ਨੇ, ਜਾਂ ਜਿਹੜਾ ਜਿੱਥੇ ਸ਼ਰਾਬ ਬਹਿ ਕੇ ਅਹਾਤਾ ਉੱਥੇ ਹੁੰਦੇ ਨੇ, ਕਿਉਂ ਉਹ ਨਾਲ ਬੈਠੇ ਸ਼ਰਾਬ ਪੀ ਵੀ ਜਾਂਦੇ ਨੇ। ਇਸ ਲਈ ਤੁਸੀਂ ਨੋਟ ਕਰਿਓ, ਕਦੇ ਵੀ ਕਿਸੇ ਸ਼ਰਾਬੀ ਨੂੰ ਭੂਤ ਨਹੀਂ ਚੰਬੜੇਗਾ, ਕਿਉਂ? ਉਹ ਕਹਿੰਦੇ ਤਾਂ ਆਪ ਹੀ ਭੂਤ ਹੈ, ਇਹਨੂੰ ਕੀ ਚੰਬੜਦਾ, ਉਹਦੇ ਨਾਲ ਬੈਠੇ ਪੀ ਵੀ ਜਾਂਦੇ ਨੇ, ਉਹਨੂੰ ਨਹੀਂ ਦਿਸ ਰਿਹਾ ਹੁੰਦਾ ਵੀ ਮੇਰੇ ਵਿੱਚ ਗਲਾ ਇਹ ਵੀ ਘੁੱਟ ਪੀ ਰਿਹਾ ਹੈਗਾ। ਜਿੱਥੇ ਸ਼ਰਾਬ ਪੀਤੀ ਜਾ ਰਹੀ ਹੈ, ਭੂਤ ਪ੍ਰੇਤ ਉੱਥੇ ਆ ਜਾਂਦੇ ਨੇ, ਉਹ ਵੀ ਨਾਲ ਪੀਂਦੇ ਰਹਿੰਦੇ ਨੇ, ਉਹ ਵੀ ਨਾਲ ਪੀਂਦੇ। ਹੁਣ ਜਿਹੜਾ ਮੇਰੇ ਨਾਲ ਬਹਿ ਕੇ ਰੋਟੀ ਖਾ ਰਿਹਾ, ਉਹਨੇ ਮੈਨੂੰ ਕੀ ਕਹਿਣਾ, ਮੈਨੂੰ ਕਹਿਣਾ ਰੋਟੀ ਖਾ ਰਿਹਾ। ਇਸ ਲਈ ਅਸੀਂ 15 ਸਾਲ ਹੋ ਗਏ ਮੈਨੂੰ ਅਰਦਾਸਾਂ ਕਰਦਿਆਂ, ਇੱਕ ਵੀ ਐਸਾ ਬੰਦਾ ਨਹੀਂ ਆਇਆ ਜਿਹੜਾ ਸ਼ਰਾਬ ਪੀਂਦਾ ਹੋਵੇ ਅਤੇ ਉਹਨੂੰ ਭੂਤ ਚੰਬੜਿਆ ਹੋਵੇ। ਨੋ, ਇਹ ਵੈਸ਼ੀ ਨੂੰ ਨਹੀਂ ਚੰਬੜਦੇ, ਸ਼ਰਾਬੀ ਨੂੰ ਨਹੀਂ ਚੰਬੜਦੇ, ਉਹਦੇ ਦੋਸਤ ਹੁੰਦੇ ਨੇ ਆਪਸ 'ਚ, ਉਹ ਦੋਸਤ ਹੁੰਦੇ ਨੇ। ਤਾਂ ਉਹਨੇ ਕਿਹਾ ਸੀ ਵੀ ਭੂਤ ਦੇ ਦਰਸ਼ਨ ਕਰਾਓ, ਉਹਨੇ ਕਿਹਾ ਭਾਈ ਖੜੇ ਹੋ ਜਾ ਪੀਣ ਵਾਲੇ, ਆਹ ਦੇਖੋ ਜਿਉਂਦੇ ਭੂਤ ਨੇ, ਜਿਉਂਦੇ ਭੂਤ। ਕਈਆਂ ਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋਣਾ ਕਿ ਉਹ ਪੀਂਦੇ ਨੇ ਨਾ, ਹਾਂ ਉਹ ਪੀਂਦੇ ਨੇ। ਜਿੱਦੇ ਤੁਹਾਡੇ ਕਿਸੇ ਦੀ ਦਿਵ ਦ੍ਰਿਸ਼ਟੀ ਖੁੱਲ੍ਹੇਗੀ ਨਾ, ਫਿਰ ਤੁਸੀਂ ਦੇਖੋਗੇ ਵੀ ਹਾਂ ਆ ਬੈਠੇ ਭੂਤਾ ਪ੍ਰੇਤਾ ਆ ਬੈਠੇ ਨਾਲ ਪੀ ਵੀ ਜਾਂਦੇ ਨੇ। ਸੋ ਇਸ ਲਈ ਕਹਿੰਦੇ ਉਹ ਘਰ ਨਹੀਂ ਹੈਗੇ, ਮਰਹਟ ਸਾਰਖੇ, ਉਹ ਤਾਂ ਮੜੀਆਂ ਵਰਗੇ ਹਨ। ਭੂਤ ਬਸੈ ਤਿਨ ਮਾਹੀ, ਉਹ ਤਾਂ ਬੰਦੇ ਨਹੀਂ ਵੱਸਦੇ, ਕਹਿੰਦੇ ਭੂਤ ਵੱਸਦੇ ਨੇ। ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ।
ਕਹਿੰਦੇ ਜਦੋਂ ਗੁਰੂ ਨੇ ਬਾਣ ਦਾ ਤੀਰ, ਗੁਰੂ ਨੇ ਬਾਣੀ ਦਾ ਜਦੋਂ ਤੀਰ ਚਲਾਇਆ ਨਾ, ਕਹਿੰਦਾ ਉਹ ਤੀਰ ਆ ਕੇ ਮੈਨੂੰ ਵੱਜਿਆ। ਕਹਿੰਦਾ ਕਬੀਰ ਗੂੰਗਾ ਹੁਆ, ਕਹਿੰਦੇ ਮੈਂ ਗੂੰਗਾ ਹੋ ਗਿਆ। ਪਹਿਲਾਂ ਮੈਂ ਕਦੇ ਨਿੰਦਿਆ ਕਰਦਾ ਸੀ, ਹੁਣ ਮੈਂ ਨਿੰਦਿਆ ਕਰਨੀ ਬੰਦ ਕਰਤੀ, ਕਿਉਂਕਿ ਗੁਰੂ ਦੇ ਉਪਦੇਸ਼ ਦਾ ਮੈਨੂੰ ਤੀਰ ਆ ਕੇ ਵੱਜਿਆ, ਮੇਰੇ 'ਤੇ ਅਸਰ ਹੋ ਗਿਆ ਹੈ। ਹੁਣ ਮੈਂ ਗੂੰਗਾ ਹੋ ਗਿਆ। ਭਾਵ ਪਹਿਲਾਂ ਮੈਂ ਨਿੰਦਿਆ ਕਰਦਾ ਸੀ, ਹੁਣ ਮੈਂ ਨਿੰਦਿਆ ਕਰਨੀ ਬੰਦ ਕਰ ਦਿੱਤੀ। ਬਾਬਰਾ, ਪਹਿਲਾਂ ਮੈਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਸੀ, ਹੁਣ ਮੈਂ ਲੋਕਾਂ ਦੀ ਨਜ਼ਰਾਂ 'ਚ ਕਮਲਾ ਹੋ ਗਿਆ। ਬਹਿਰਾ ਬੋਲੇ ਨੂੰ ਕਹਿੰਦੇ ਨੇ, ਬਹਿਰਾ ਹੁਆ ਕਾਨ, ਅਤੇ ਕੰਨਾਂ ਤੋਂ ਮੈਂ ਬੋਲਾ ਹੋ ਗਿਆ। ਹੁਣ ਮੈਂ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਮੂੰਹ ਨਾਲ ਨਿੰਦਿਆ ਕਰਦਾ ਨਹੀਂ, ਕੰਨਾਂ ਨਾਲ ਨਿੰਦਿਆ ਸੁਣਦਾ ਨਹੀਂ। ਜੋ ਮੂੰਹ ਨਾਲ ਨਿੰਦਿਆ ਨਹੀਂ ਕਰਦਾ, ਇਹਦਾ ਮਤਲਬ ਇਹ ਗੂੰਗਾ ਹੋ ਗਿਆ। ਕੰਨਾਂ ਨਾਲ ਨਿੰਦਿਆ ਨਹੀਂ ਸੁਣਦਾ, ਹੁਣ ਬੋਲਾ ਹੋ ਗਿਆ। ਪਾਮ ਹਾਹੇ ਦੇ ਟਿੱਪੀ ਲੱਗ ਕੇ ਪੈਰਾਂ ਤੋਂ, ਜਦੋਂ ਤੂੰ ਦੀ ਭਾਵਨਾ ਹੁੰਦੀ ਹੈ ਉਦੋਂ ਅਖੀਰਲੇ ਹਾਹੇ 'ਤੇ ਟਿੱਪੀ ਲੱਗਦੀ। ਜਿਵੇਂ ਘਰੋਂ, ਘਰ ਤੋਂ, ਸਕੂਲੋਂ, ਸਕੂਲ ਤੋਂ, ਦਫ਼ਤਰੋਂ, ਦਫ਼ਤਰ ਤੋਂ, ਜੋ ਤੂੰ ਲੱਗਦਾ ਉਦੋਂ ਫਿਰ ਟਿੱਪੀ ਲੱਗਦੀ ਉੱਤੇ। ਪਾਮ, ਪਾਮ ਪੈਰਾਂ ਨੂੰ ਕਹਿੰਦੇ ਨੇ। ਪਾਮ ਅਤੇ ਪਿੰਗਲ ਪੈਰ, ਪੈਰਾਂ ਤੋਂ ਮੈਂ ਪਿੰਗਲਾ ਹੋ ਗਿਆ, ਪਰ ਹੁਣ ਮੈਂ ਤੁਰ ਨਹੀਂ ਸਕਦਾ। ਭਾਵ ਹੁਣ ਮੇਰੇ ਪੈਰ ਗਲਤ ਪਾਸੇ ਨੂੰ ਨਹੀਂ ਜਾਂਦੇ। ਨਹੀਂ ਤਾਂ ਪਹਿਲਾਂ ਗਲਤ ਪਾਸੇ ਨੂੰ ਜੇ ਚੋਰੀਆਂ ਕਰਨ ਜਾਂਦੇ ਸੀ, ਡਾਕੇ ਮਾਰ ਜਾਂਦੇ ਸੀ, ਠੇਕਿਆਂ 'ਤੇ ਜਾਂਦੇ ਸਨ। ਹੁਣ ਕਹਿੰਦੇ ਮੈਂ ਪਿੰਗਲਾ ਹੋ ਗਿਆ, ਭਾਵ ਹੁਣ ਮੇਰੇ ਪੈਰ ਗਲਤ ਪਾਸੇ ਨਹੀਂ ਜਾਂਦੇ, ਕਿਉਂਕਿ ਮਾਰਿਆ ਸਤਿਗੁਰ ਬਾਣ, ਕਿਉਂਕਿ ਗੁਰੂ ਨੇ ਬਾਣੀ ਦਾ ਤੀਰ ਮੈਨੂੰ ਮਾਰਿਆ। ਇਹ ਬਾਣੀ ਦਾ ਇੱਕਦਮ ਮੇਰੇ 'ਤੇ ਅਸਰ ਹੋ ਗਿਆ ਹੈ। ਮੈਂ ਗੂੰਗਾ ਹੋ ਗਿਆ, ਮੈਂ ਕਮਲਾ ਹੋ ਗਿਆ, ਮੈਂ ਬੋਲਾ ਹੋ ਗਿਆ, ਮੈਂ ਪਿੰਗਲਾ ਹੋ ਗਿਆ। ਸੋ ਗੂੰਗੇ ਦਾ ਭਾਵ ਹੈ, ਪਹਿਲਾਂ ਮੈਂ ਕਹਾਂ ਨਿੰਦਿਆ ਕਰਦਾ ਸੀ ਲੋਕਾਂ ਦੀ, ਹੁਣ ਮੈਂ ਨਿੰਦਿਆ ਕਰਨੀ ਬੰਦ ਕਰਤੀ, ਮਾੜੇ ਬੋਲ ਬੋਲਣੇ ਬੰਦ ਕਰਤੇ। ਕੰਨਾਂ ਤੋਂ ਮੈਂ ਬੋਲਾ ਹੋ ਗਿਆ ਹਾਂ। ਪਹਿਲਾਂ ਮੈਂ ਗੰਦ ਮੰਦ ਸੁਣਦਾ ਸੀ, ਨਿੰਦਿਆ ਸੁਣਦਾ ਸੀ, ਗੰਦੇ ਗੀਤ ਸੁਣਦਾ ਸੀ, ਉਹ ਮੈਂ ਕਹਿੰਦੇ ਬੰਦ ਕਰਤੇ ਨੇ। ਹੁਣ ਪਹਿਲਾਂ ਮੈਂ ਕਹਿੰਦਾ ਲੱਤਾਂ ਨਾਲ ਚੱਲ ਕੇ ਮਾੜੇ ਪਾਸੇ ਜਾਂਦਾ ਸੀ, ਹੁਣ ਮੈਂ ਪਿੰਗਲਾ ਹੋ ਗਿਆ, ਭਾਵ ਹੁਣ ਮੈਂ ਚੱਲ ਨਹੀਂ ਸਕਦਾ, ਭਾਵ ਹੁਣ ਮੈਂ ਮਾੜੇ ਪਾਸੇ ਨੂੰ ਨਹੀਂ ਜਾਂਦਾ। ਕੀ ਹੈ? ਇਹ ਬਾਣੀ ਦਾ ਅਸਰ ਹੁੰਦਾ। ਜਿਉਂ ਜਿਉਂ ਤੁਸੀਂ ਗੁਰੂ ਦੀ ਬਾਣੀ ਦੀ ਸੰਗਤ ਕਰਦੇ ਜਾਓਗੇ, ਹੌਲੀ ਹੌਲੀ ਇਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿ ਮਨ ਇੱਕ ਐਸੀ ਚੀਜ਼ ਹੈ, ਇਹਨੂੰ ਵਾਰੀ 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 ਕੋਈ ਗੱਲ ਕਹੀ ਜਾਓ, ਇਹ ਅਖੀਰ ਨੂੰ ਮੰਨ ਜਾਂਦਾ। ਛੇਤੀ ਛੇਤੀ ਕਈ ਵਾਰੀ ਨਹੀਂ ਮੰਨਦਾ, ਪਰ ਇਹਨੂੰ ਕਹੀ ਜਾਓ ਕਹੀ ਜਾਓ ਕਹੀ ਜਾਓ, ਇਹ ਮੰਨ ਜਾਂਦਾ। ਸੋ ਇਸ ਲਈ ਸਿੱਖਿਆ ਦੇਈ ਜਾਈਦੀ ਹੈ। ਖਿਜਣਾ ਨਹੀਂ ਹੈ ਕਿ ਮੰਨਦੇ ਕਿਉਂ ਨਹੀਂ ਹੈਗੇ, ਕਹੀ ਜਾਓ ਹੌਲੀ ਹੌਲੀ, ਪਿਆਰ ਨਾ ਕਹੀਓ, ਖਿਜਣਾ ਨਹੀਂ ਹੈ, ਪਿਆਰ ਨਾਲ। ਆਓ ਭਾਈ ਸਤਸੰਗ ਕਰਨ ਚੱਲੀਏ, ਭਾਈ ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਜਪਿਆ ਕਰੋ ਭਾਈ, 5-10 ਮਿੰਟ ਇਸ ਪਾਸੇ ਕੱਢਿਆ ਕਰੋ, ਹੌਲੀ 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 ਪ੍ਰੇਰ ਕੇ ਉਹਨਾਂ ਲਾ ਲਓ। ਸ਼ੁਰੂ ਦੇ ਵਿੱਚ ਅਜੇ ਸੰਥਿਆ ਸ਼ੁਰੂ ਨਹੀਂ ਸੀ ਹੋਈ, ਸੰਥਿਆ 92 ਵਿੱਚ ਜਾ ਕੇ ਸ਼ੁਰੂ ਹੋਈ ਹੈ। ਇੱਥੇ ਸੁਸਾਇਟੀ ਬਣਾਉਣ ਲਈ ਗਈ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਾਡੀ ਕਲੋਨੀ 'ਚ, ਵੀ ਘਰ ਘਰ ਹਰ ਐਤਵਾਰ ਨੂੰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ। ਹੁਣ ਪਾਠ ਕਰਨ ਵਾਲੇ ਤਾਂ ਘੱਟ ਨਹੀਂ ਬਾਣੀ ਆਉਂਦੀ ਸੀ। ਮੈਂ ਹਰ ਇੱਕ ਦੇ ਨਾਲ ਬਹਿ ਜਾਣਾ, ਸਪੀਕਰ ਅੱਗੇ ਰੱਖੇ ਛੋਟਾ, ਵੀ ਚੱਲ ਤੂੰ ਪੜ੍ਹ, ਪਹਿਲਾਂ ਵਾਲੇ ਸੰਗ ਦੇ ਨਹੀਂ, ਮੈਂ ਵੀ ਨਾਲ ਪੜ੍ਹੂੰਗਾ, ਤੂੰ ਵੀ ਬੋਲੀ ਜਾ, ਹੌਲੀ ਹੌਲੀ ਤੇਰੀ ਸੰਗ ਲੈ ਜਾਏਗੀ। ਕਿਉਂਕਿ ਹਰ ਬੰਦਾ ਸਪੀਕਰ 'ਤੇ ਨਹੀਂ ਬੋਲ ਸਕਦਾ ਹੁੰਦਾ ਜੀ। ਮੈਂ ਆਪ ਦੇਖਿਆ, ਸਾਡੇ ਸਕੂਲ ਦਾ ਪੰਜਾਬੀ ਟੀਚਰ ਸੀ ਜੀ, ਹੁਣ ਦੇਖੋ 40-50 ਬੱਚਿਆਂ ਨੂੰ ਪੜ੍ਹਾਉਂਦਾ ਹੀ ਹੈ ਜੀ। ਬਾਬਾ ਫਰੀਦ ਦੇ ਸ਼ਲੋਕ ਵਿੱਚ ਹੈਗੇ 10ਵੀਂ 'ਚ, ਕਬੀਰ ਸਾਹਿਬ ਦੇ ਕੁਝ ਸਨ। ਉਹ ਇੱਕ ਵਾਰੀ ਅਖੰਡ ਪਾਠ ਦੇ ਚੱਲ ਰਿਹਾ ਸੀ ਸਕੂਲ 'ਚ,
ਪੜ੍ਹਾਇਆ ਇਮਤਿਹਾਨਾਂ ਤੋਂ ਪਹਿਲਾਂ ਕਈ ਸਕੂਲਾਂ 'ਚ ਨਾ ਅਖੰਡ ਪਾਠ ਕਰਦੇ, ਖਾਲਸਾ ਸਕੂਲ ਖਾਸ ਕਰਕੇ। ਉਹ ਮੇਰੀ ਰੌਲ ਲੱਗੀ ਹੈ 4 ਤੋਂ 6। ਉਸ ਵੇਲੇ ਬਾਬਾ ਫਰੀਦ ਦੇ ਸ਼ਲੋਕ ਆ ਗਏ। ਮੈਂ ਉਹਨੂੰ ਇਸ਼ਾਰਾ ਕੀਤਾ, ਬੱਚਾ ਪੰਜਾਬੀ ਟੀਚਰ ਹੈ ਵੀ ਮੈਂ ਬਹਿਣਾ, ਆ ਕੇ ਬਹਿ ਗਿਆ ਉਹ। ਜਦੋਂ ਉਹਨੂੰ ਪਤਾ ਲੱਗਾ ਮੇਰੀ ਆਵਾਜ਼, ਉਹਦੀ ਆਵਾਜ਼ ਸਪੀਕਰ 'ਤੇ ਜਾ ਰਹੀ ਹੈ, ਉਹ ਮੈਨੂੰ ਕਹਿੰਦਾ ਆ ਜਾ। ਮੈਂ ਕਿਹਾ ਦੇਖ, ਉਹ ਕਦੇ ਇੱਧਰ ਉਹ ਵਾਰੀ ਵਾਰੀ ਮੈਨੂੰ ਕਿਹਾ। ਮੈਂ ਤਾਂ ਸੋਚਿਆ ਯਾਰ ਆਹੀ ਚੀਜ਼ ਤੂੰ ਬੱਚਿਆਂ ਨੂੰ ਪੜ੍ਹਾਉਣਾ, ਅਰਥਾਂ ਸਮੇਤ ਪੜ੍ਹਾਉਣਾ, ਉਹੀ ਚੀਜ਼ ਤੂੰ ਪੜ੍ਹ ਰਿਹਾ। ਪਰ ਉਹ ਘਬਰਾ ਕੇ ਮੈਂ ਕਿਤੇ ਨਾ ਵਿੱਚ ਨਾ ਬੋਲ ਪਏ, ਅਖੰਡ ਪਾਠ ਚੱਲ ਰਿਹਾ, ਬਦਨਾਮੀ ਹੋ ਜਾਏਗੀ, ਮੈਂ ਵਿੱਚ ਬੋਲ ਪਿਆ। ਚਲੋ ਮੈਂ ਬਾਅਦ ਚੋਂ ਪੁੱਛਿਆ, ਮੈਂ ਕੀ ਗੱਲ ਹੋ ਗਈ? ਕਹਿੰਦਾ ਉਹ ਤਾਂ ਸਪੀਕਰ ਲੱਗਿਆ ਸੀ। ਮੈਂ ਫੇਰ ਕੀ ਹੋ ਗਿਆ ਯਾਰ? ਸੋ ਤਾਂ ਮੈਂ ਦੇਖਿਆ ਜਿਵੇਂ ਹਰ ਬੰਦਾ ਸਟੇਜ 'ਤੇ ਨਹੀਂ ਬੋਲ ਸਕਦਾ, ਸਾਰੇ ਲੋਕ ਸਟੇਜ 'ਤੇ ਆ ਕੇ ਨਹੀਂ ਬੋਲ ਸਕਦੇ ਹੁੰਦੇ, ਇਸ ਤਰ੍ਹਾਂ ਸਾਰੇ ਲੋਕ ਸਪੀਕਰ 'ਚ ਵੀ ਨਹੀਂ ਬੋਲ ਸਕਦੇ ਹੁੰਦੇ। ਹਾਂਜੀ, ਸੋ ਇਸ ਲਈ ਹਾਂ ਸੁਖਮਨੀ ਸਾਹਿਬ ਤਾਂ ਮੈਂ ਉਹਨਾਂ ਦੇ ਨਾਲ ਬਹਿੰਦਾ ਸੀ ਵੀ ਮੈਂ ਵੀ ਬੋਲਾਂਗਾ, ਤੁਸੀਂ ਬੋਲੀ ਜਾਓ, ਵੀ ਤੁਹਾਡੀ ਹੌਲੀ ਹੌਲੀ ਸੰਗ ਲੈ ਜੇ। ਫਿਰ 2-3 ਮਹੀਨੇ ਮੈਂ ਕਰੀ ਗਿਆ। ਫਿਰ ਹੌਲੀ ਨਾਲੇ ਬਾਣੀ ਆ ਗਈ, ਕਿਉਂ ਰੋਜ਼ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਸਾਰਾ ਕਰਨਾ। ਹੌਲੀ ਬਾਣੀ ਆ ਗਈ, ਸੰਗ ਲੈ ਗਈ, ਫਿਰ ਲੱਗ ਗਈ ਹੌਲੀ। ਉਹ ਤੋਂ ਬਾਅਦ ਫਿਰ ਇਹ ਸੰਥਿਆ ਸ਼ੁਰੂ ਹੋ ਗਈ। ਚਲ ਠੀਕ ਹੋ ਗਈ। ਜਿਵੇਂ ਪਹਿਲਾਂ ਬੀਬੀਆਂ ਹੀ ਹੁੰਦੀਆਂ ਸੀ, ਇੱਕ ਘਰ 'ਚ ਸੀ, ਉਹ ਟੀਚਰ ਲੱਗੇ ਸੀ ਬੀਬੀ। ਟੀਚਰ ਹੋਣ ਦੇ ਨਾਤੇ ਉਹਨੇ ਮੈਨੂੰ ਇਨਵਾਈਟ ਕਰ ਲਿਆ ਵੀ ਜੈਮਲ ਸਿੰਘ ਸਾਡੇ ਘਰ ਪ੍ਰੋਗਰਾਮ ਆਇਓ। ਮੈਂ ਜਾ ਕੇ ਤਾਬਿਆ ਬਹਿ ਕੇ ਵੀ ਚਲ ਬਾਕੀ ਬੀਬੀਆਂ ਨੇ, ਮੈਂ ਤਾਬੇ ਬੈਠ ਗਿਆ। ਉਹ ਮੈਨੂੰ ਕਹਿੰਦੇ ਅਰਦਾਸ ਕਿਸੇ ਹੋਰ ਨੇ ਕਰਤੀ। ਮੈਨੂੰ ਕਹੇ ਤੁਸੀਂ ਹੁਕਮਨਾਮਾ ਲੈ ਲਓਗੇ? ਉਹਨਾਂ ਨੂੰ ਕੀ ਪਤਾ ਸੀ ਵੀ ਮੈਂ ਪਾਠ ਆਉਂਦਾ ਮੈਨੂੰ। ਮੈਂ ਹਾਂ ਜੀ ਮੈਂ ਹੁਕਮਨਾਮਾ ਲੈ ਲਾਂਗਾ। ਕਹਿੰਦੇ ਹੁਕਮਨਾਮਾ ਲੈ ਲਓ। ਮੈਂ ਹੁਕਮਨਾਮਾ ਲੈ ਕੇ ਉਹਦੀ ਕਥਾ ਕਰਤੀ ਹੁਕਮਨਾਮੇ ਦੀ। ਉਹਨੇ ਸੋਚਿਆ ਤਾਂ ਬੰਦਾ ਠੀਕ ਹੈ। ਕਹਿੰਦੇ ਵੀਰ ਜੀ ਤੁਸੀਂ ਸਾਡੇ ਨਾਲ ਰਲ ਜਾਓ ਵੀ ਚਲੋ ਤੁਹਾਡੀ ਆਵਾਜ਼ ਸੁਣ ਕੇ, ਕਥਾ ਸੁਣ ਕੇ ਕੁਛ ਹੋਰ ਸੰਗਤ ਆਉਣ ਲੱਗ ਜਾਏਗੀ। ਅਤੇ ਨਾਲੇ ਇਹਨਾਂ ਨੂੰ ਇਹ ਕਿਹਾ ਕਰੋ ਵੀ ਠੀਕ ਇਹ ਬੀਬੀਆਂ ਦਾ ਪ੍ਰੋਗਰਾਮ ਨਹੀਂ ਭਾਈ, ਭਾਈਆਂ ਨੂੰ ਵੀ ਬੇਨਤੀ ਹੈ ਉਹ ਵੀ ਆਇਆ ਕਰੋ। ਚਲੋ ਐਂ ਕਹਿਣਾ ਸ਼ੁਰੂ ਕਰਤਾ, ਹੌਲੀ ਹੌਲੀ ਭਾਈ ਵੀ ਆ ਗਏ, ਬੀਬੀਆਂ ਵੀ ਆ ਗਏ, ਵਾਹ ਰੌਣਕ ਲੱਗਣੀ ਸ਼ੁਰੂ ਹੋ ਗਈ, ਸੰਗ ਲੈ ਗਈ। ਸੋ ਇਸ ਲਈ ਕਈ ਵਾਰੀ ਮੈਂ ਦੇਖਿਆ ਸ਼ੁਰੂ 'ਚ ਬੰਦਾ ਸੰਗਦਾ ਹੈ, ਖਾਸ ਕਰਕੇ ਸਪੀਕਰ 'ਤੇ ਜੇ ਬੋਲਣਾ ਪੈ ਜਾਏ ਉਹਨਾਂ ਦੀ ਫਿਰ ਸੰਗ ਲਾਉਣੀ ਪੈਂਦੀ ਹੈ। ਆ ਸਕੂਲਾਂ 'ਚ ਕਿਉਂ ਅਸੀਂ ਫੰਕਸ਼ਨ ਕਰਦੇ ਰਹਿੰਦੇ ਸੀ ਵੀ ਬੱਚਿਆਂ ਨੂੰ ਸਟੇਜ 'ਤੇ ਆ ਕੇ ਬੋਲਣ ਦੀ ਇਜਾਜ਼ਤ ਆ ਜਾਏ, ਉਹਨਾਂ ਦੀ ਸੰਗ ਲੈ ਜੇ। ਜਿਹੜੇ ਛੋਟੀ ਉਮਰ 'ਚ ਬੱਚੇ ਲੱਗਦੇ ਨਾ ਕਵਿਤਾਵਾਂ ਸੁਣਾਉਣ, ਗੀਤ ਸੁਣਾਉਣ, ਉਹਨਾਂ ਦੀ ਸੰਗ ਛੇਤੀ ਲੈ ਲੂ ਜਾਂਦੀ ਹੈ। ਵੱਡੀ ਉਮਰ ਦੇ ਵਿੱਚ ਜਿਹੜਾ ਹੈ ਹਰ ਇੱਕ ਦਾ ਹੌਸਲਾ ਨਹੀਂ ਪੈਂਦਾ ਹੈ। ਪਰ ਜੇ ਆਪਾਂ ਟਰਾਈ ਕਰਦੇ ਕੋਈ ਆਪਣੀ ਸਹਾਇਤਾ ਨਾਲ ਕਰੇ ਫਿਰ ਸੌਖਾ ਹੋ ਜਾਂਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇ। ਕਹਿੰਦੇ ਕਬੀਰ ਸਾਹਿਬ ਕਹਿੰਦੇ ਗੁਰੂ ਸੂਰਮੇ ਨੇ ਬਾਹਿਆ ਮੈਨੇ ਚਲਾਇਆ, ਬਾਣ ਮੈਨੇ ਤੀਰ। ਇਹ ਬਾਣੀ ਦਾ ਤੀਰ, ਨਾਮ ਦਾ ਤੀਰ ਗੁਰੂ ਨੇ ਕਹਿੰਦੇ ਚਲਾਇਆ। ਲਾਗਤ ਹੀ ਪੋਏ ਗਿਰ ਪਰਿਆ। ਕਹਿੰਦੇ ਜਦੋਂ ਮੈਨੂੰ ਉਹ ਨਾਮ ਦਾ ਕੇ ਤੀਰ ਵੱਜਿਆ ਨਾ, ਤੀਰ ਵੱਜਦੇ ਸਾਰੇ ਮੈਂ ਧਰਤੀ 'ਤੇ ਡਿੱਗ ਪਿਆ। ਪਰਿਆ ਕਰੇਜੇ ਛੇਕ, ਮੇਰੇ ਕਾਲਜੇ 'ਚ ਛੇਕ ਹੋ ਗਿਆ, ਮੇਰਾ ਮਨ ਵਿੰਨਿਆ ਗਿਆ। ਧਰਤੀ 'ਤੇ ਡਿੱਗਣ ਤੋਂ ਪਾਵੇ ਅੰਦਰ ਸਾਰਾ ਹੀ ਹੰਕਾਰ ਖਤਮ ਹੋ ਗਿਆ, ਨਿਮਰਤਾ ਆ ਗਈ। ਧਰਤੀ 'ਤੇ ਮੈਂ ਗਿਰ ਪਰਿਆ, ਡਿੱਗੇ ਭੋਏ 'ਤੇ ਗਿਰਨ ਤੋਂ ਭਾਵ ਹੈ ਕਿ ਅੰਦਰ ਸਾਰਾ ਹੰਕਾਰ ਖਤਮ ਹੋ ਗਿਆ, ਨਿਮਰਤਾ ਆ ਗਈ ਹੈ। ਅਤੇ ਮੇਰੇ ਮਨ 'ਤੇ ਇੰਨਾ ਅਸਰ ਹੋਇਆ ਕਿ ਫਿਰ ਮੈਂ ਉਸ ਜੋ ਤੀਰ ਮਾਰਿਆ ਸੀ, ਜੋ ਗੱਲ ਵਿੱਚ ਕਹੀ ਸੀ, ਉਸ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰੀ ਆਪਾਂ ਸਤੋਗੁਣੀ ਹੁੰਦੇ, ਆਪਾਂ ਕੋਈ ਕੀਰਤਨ ਸੁਣ ਰਹੇ ਹਾਂ, ਕਿਤੇ ਕਥਾ ਸੁਣ ਰਹੇ ਹਾਂ, ਕੋਈ ਲੈਕਚਰ ਸੁਣ ਰਹੇ ਹਾਂ, ਕਈ ਵਾਰੀ ਆਪਣੇ ਮਨ 'ਤੇ ਬਹੁਤ ਅਸਰ ਕਰਦਾ ਹੈ। ਕਈ ਵਾਰੀ ਸੰਗਤ ਮੈਨੂੰ ਅੱਜ ਜੀ ਕੀਰਤਨ 'ਚ ਬੜਾ ਆਨੰਦ ਆਇਆ। ਮੈਂ ਸਾਡੇ ਕੀਰਤਨੀ ਤਾਂ ਉਹੀ ਨੇ ਜੋ ਪਿਛਲੇ ਹਫ਼ਤੇ ਸਨ, ਉਹੀ ਹੁਣ ਨੇ, ਕੋਈ ਨਵਾਂ ਤਾਂ ਹੈ ਨਹੀਂ।
ਮੈਂ ਤੁਸੀਂ ਹੀ ਅੱਜ ਸਤੋ ਗੁਣੀ ਸੀ, ਤੁਸੀਂ ਅੱਜ ਸਤੋ ਗੁਣੀ ਸੀ, ਇਸ ਕਰਕੇ ਤੁਹਾਡੇ ਮਨ 'ਤੇ ਕੀਰਤਨ ਦਾ ਅਸਰ ਹੋ ਗਿਆ ਅਤੇ ਤੁਸੀਂ ਕਿਹਾ ਅੱਜ ਬੜਾ ਆਨੰਦ ਆਇਆ। ਪਹਿਲਾਂ ਤੁਸੀਂ ਹੋ ਸਕਦੇ ਰਮੋ ਤਮੋ ਗੁਣੀ ਹੋਵੋ, ਰਜੋ ਗੁਣੀ ਹੋਵੋ। ਜਿਸ ਦਿਨ ਬੰਦਾ ਤਮੋ ਗੁਣੀ ਹੁੰਦਾ ਹੈ ਉਹ ਵਾਰੀ ਵਾਰੀ ਘੜੀ ਵੇਖੀ ਜਾਓ, ਇਹ ਕਦੋਂ ਕੀਰਤਨ ਮੁੱਕੂ, ਇਹ ਕਦੋਂ ਕਥਾ ਮੁੱਕੂ। ਫਿਰ ਜਿਹੜਾ ਅਰਦਾਸ ਹੋ ਗਈ ਲੰਗਰ ਪਾਣੀ ਛਕ ਕੇ ਘਰ ਨੂੰ ਜਾਵਾਂਗੇ, ਕਦੇ ਗੋਡੇ ਹਿਲਾ ਲਏ, ਕਦੇ ਗਿੱਟੇ ਹਿਲਾ ਲਏ, ਕਦੇ ਇੱਧਰ ਦੇਖ ਲਿਆ, ਕਦੇ ਉੱਧਰ ਦੇਖ ਲਿਆ, ਕਦੇ ਮੱਥਾ ਟੇਕਣ ਕੌਣ ਹੈ ਉਹਦੇ ਵੱਲ ਵੇਖ ਲਿਆ, ਬਸ ਐਂ ਟਾਈਮ ਪੂਰਾ ਕਰਨਾ। ਕੀ ਕਿਹਾ ਜਾ ਰਿਹਾ ਉਹ ਨਹੀਂ ਸੁਣਨਾ, ਕਿਉਂਕਿ ਤਮੋ ਗੁਣੀ ਹੈ, ਉਹਦੀ ਰੁਚੀ ਕੋਈ ਨਹੀਂ ਹੈ। ਉਹ ਤਾਂ ਵੈਸੇ ਹੈ ਲੰਗਰ ਦਾ ਧਿਆਨ ਧਰ ਕੇ, ਉਹ ਤਾਂ ਲੰਗਰ ਦਾ ਧਿਆਨ ਧਰ ਕੇ ਆਇਆ। ਕਈ ਬੜੇ ਸਿਆਣੇ ਨੇ, ਉਹ ਆਉਂਦੇ ਅਰਦਾਸ ਤੋਂ ਬਾਅਦ ਨੇ, ਅਰਦਾਸ ਤੋਂ ਬਾਅਦ ਆ ਕੇ ਬਾਹਰ ਬਰਾਂਡੇ 'ਚ ਹੀ ਬਹਿ ਜਾਂਦੇ ਨੇ। ਕਹਿੰਦੇ ਵੇ ਕਿ ਜਦੋਂ ਹੇਠਾਂ ਪੜ ਉਤਰਨੇ ਮੈਂ ਪਹਿਲੀ ਪੰਗਤ ਜਾ ਪਏ ਲੰਗਰ ਛਕਣ ਨੂੰ ਜੀ। ਜਿਵੇਂ ਤੁਸੀਂ ਆਮ ਦੇਖਿਆ ਨੇ, ਜਿਹੜੀਆਂ ਗੱਡੀਆਂ ਲੇਟ ਹੋ ਜਾਂਦੀਆਂ ਨੇ ਉਹਨਾਂ 'ਤੇ ਲੇਟ ਹੀ ਰੱਖਦੇ ਨੇ, ਅਤੇ ਤੇਜ਼ ਗੱਡੀਆਂ ਲੰਘਾਈ ਜਾਂਦੇ ਨੇ, ਪਰ ਉਹ ਲੇਟ ਆਏ ਨੇ ਉਹਨਾਂ ਦੀ ਵਾਰੀ ਪਹਿਲਾਂ ਹੋ ਜਾਂਦੀ ਹੈ। ਉਹ ਸਿਰਫ ਇਸ ਲਈ ਲੇਟ ਆਉਂਦੇ ਵੀ ਆਪਾਂ ਤਾਂ ਲੰਗਰ ਛਕਣਾ, ਆਪਾਂ ਨੇ ਕਿਹਾ ਕੀਰਤਨ ਤੋਂ ਕਥਾ ਤੋਂ ਲੈਣਾ, ਲੰਗਰ ਛਕਾਂਗੇ। 1 ਰੁਪਇਆ ਜੋ ਜੇ ਅੰਦਰ ਆਉਂਦੇ ਤਾਂ ਮੱਥਾ ਟੇਕਣਾ ਪਏਗਾ, ਰੁਪਈਆ 2 ਰੁਪਈਏ ਨਾ ਆਉਣਾ ਹੀ ਨਹੀਂ। ਗੁਰਦੁਆਰੇ ਅੰਦਰ ਨਹੀਂ ਦਰਬਾਰ ਹਾਲ 'ਚ ਆਉਣਾ, ਬਰਾਂਡੇ 'ਚ ਹੀ ਬਹਿ ਜਾਣੇ ਪਹਿਲਾਂ ਹੀ ਬਸ। ਅਤੇ ਜਦੋਂ ਅਸਾਂ ਅਨਾਊਂਸਮੈਂਟ ਹਾਂ ਭਾਈ ਲੰਗਰ ਛਕੋ, ਫਟਾਫਟ ਹੇਠਾਂ ਉਤਰ ਜਾਏ, ਪਹਿਲਾਂ ਹੀ ਪੰਗਤ ਛਕਣਾ। ਸੋ ਗੁਰੂ ਮਹਾਰਾਜ ਭਾਵਨਾ ਨੂੰ ਜਾਣਦੇ ਨੇ ਕਿ ਇਸ ਕਿਸ ਭਾਵਨਾ ਨਾਲ ਹੈ। ਹੁਣ ਐਂ ਤਾਂ ਉਹ ਵੀ ਕਹਿ ਦਿਓ ਮੈਂ ਗੁਰਦੁਆਰੇ ਜਾ ਕੇ ਆਇਆ, ਤੂੰ ਕਿਸ ਭਾਵਨਾ ਨਾਲ ਗਿਆ, ਉਹ ਭਾਵਨਾ ਹੀ ਉਹ ਗੁਰੂ ਮਹਾਰਾਜ ਨੂੰ ਪਤਾ ਹੈਗਾ ਕਿਸ ਭਾਵਨਾ ਨਾਲ ਆਇਆ। ਅਸੀਂ ਗੁਰਦੁਆਰੇ ਆਉਣਾ ਹੈ ਆਪਣੀ ਜ਼ਿੰਦਗੀ ਬਦਲਣ ਲਈ। ਜੇ ਜ਼ਿੰਦਗੀ ਨਾ ਬਦਲੀ ਫਿਰ ਜੈਸੇ ਆਏ ਜੈਸੇ ਨਾ ਆਏ। ਅਗਰ ਉਹ ਪੜ੍ਹਦੇ ਆ ਜੀ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਾ ਕੇ ਨਹਾ ਲਿਆ। ਸ਼ਰਾਬ ਪੀਣ ਵਾਲਾ ਵੀ ਨਹਾ ਰਿਹਾ, ਆ ਕੇ ਮੁੜ ਕੇ ਸ਼ਰਾਬ ਪੀ ਰਿਹਾ। ਰਿਸ਼ਵਤ ਖੋਰ ਵੀ ਨਹਾ ਰਿਹਾ, ਆ ਕੇ ਮੁੜ ਕੇ ਰਿਸ਼ਵਤ ਲੈ ਰਿਹਾ। ਮਿਲਾਵਟ ਖੋਰ ਵੀ ਨਹਾ ਰਿਹਾ, ਆ ਕੇ ਮਿਲਾਵਟ ਕਰ ਰਿਹਾ ਹੈ। ਫਰਕ ਤਾਂ ਕੋਈ ਪਿਆ ਨਾ। ਫਰਕ ਪੈਣਾ ਚਾਹੀਦਾ ਸੀ ਨਹੀਂ। ਆਪਣੇ ਘਰ ਬੈਠੇ ਐਡਾ ਕਿਰਾਇਆ ਵੀ ਲਾਇਆ, ਆਉਣ ਜਾਣ ਦੇ ਪੂਰਾ ਦਿਨ ਵੀ ਖਰਚ ਕੀਤਾ, ਕਿਰਾਇਆ ਵੀ ਲਾਇਆ, ਅਤੇ ਜੈਸੇ ਥੇ ਫਰਕ ਕੋਈ ਪਿਆ ਨਾ। ਫਿਰ ਕੀ ਫਾਇਦਾ, ਘਰ ਹੀ ਬੈਠੇ ਰਹੋ, ਘਰ ਹੀ ਬੈਠੇ ਰਹੋ। ਕਿਉਂਕਿ ਗੁਰ ਪੀਰ ਹਮ ਤਾਂ ਭਰੈ ਜਾ ਮੁਰਦਾਰ ਨਾ ਖਾਏ। ਜਦੋਂ ਮਨੁੱਖ ਹਰਾਮ ਦੀ ਕਮਾਈ ਨਹੀਂ ਖਾਏਗਾ ਤਾਂ ਗੁਰੂ ਪੀਰ ਹਮ ਹੀ ਭਰਨਗੇ, ਸਾਡੀ ਸਹਾਇਤਾ ਕਰਨਗੇ, ਨਹੀਂ ਤਾਂ ਉਹਨੂੰ ਕਰਨੀ ਨਹੀਂ। ਫਿਰ ਜੈਸੇ ਗਏ ਜੈਸੇ ਨਾ ਗਏ। ਹਾਂ, ਮਨ ਨੂੰ ਝੂਠੀਆਂ ਤਸੱਲੀਆਂ ਜਿੰਨੀ ਮਰਜ਼ੀ ਦੇ ਲਓ, ਝੂਠੀ ਤਸੱਲੀ ਦਿੱਤੀ ਜਾ ਸਕਦੀ ਹੈ। ਮੈਂ ਉਹ ਪਟਿਆਲੇ ਤੋਂ ਚੱਲ ਕੇ ਹਰਿਮੰਦਰ ਸਾਹਿਬ ਗਿਆ, ਮੈਂ ਉੱਥੇ ਸਰੋਵਰ 'ਚ ਇਸ਼ਨਾਨ ਕਰਕੇ ਮੈਂ ਸਾਰੇ ਪਾਪ ਲਾਹ ਆਇਆ। ਉਹਨੂੰ ਕਿ ਭਲੇ ਮਾਣਸੋ ਉੱਥੇ ਜਾ ਕੇ ਨਹਾਇਆ ਕਰੋ, ਨਾ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਹੈ, ਨਾ ਬਾਣੀ ਪੜ੍ਹਨ ਦੀ ਲੋੜ ਹੈ, ਨਾ ਨਾਮ ਜਪਣ ਦੀ ਲੋੜ ਹੈ। ਕਿਉਂਕਿ ਨਾਮ ਬਾਣੀ ਦਾ ਪਾਪ ਦੂਰ ਕਰਨੇ ਨੇ, ਅਤੇ ਜੇ ਉੱਥੇ ਹੀ ਹੋ ਗਏ ਫਿਰ ਲੋੜ ਹੀ ਕੋਈ ਨਹੀਂ। ਆਪਣਾ ਆਨੰਦ ਨਾਲ ਪਏ ਰਹੋ। ਕਦੇ ਗਏ ਨਾ ਆਏ, ਮਗਰਲੇ ਲੈ ਗਏ, ਅੱਗੇ ਕਰਦੇ ਰਹੋ, ਫਿਰ ਜਾਏ, ਫਿਰ ਉਹ ਲੈ ਗਏ। ਉਹ ਯੂਜ਼ਲੈਸ ਹੁੰਦਾ ਸਾਹਿਬ। ਹਾਂ, ਇਸ਼ਨਾਨ ਤਾਂ ਹੈ ਬਈ ਤੁਹਾਡੇ 'ਚ ਕੋਈ ਨੁਕਸ ਸੀ ਪਾਕ ਕਰਮ, ਉਹ ਤੁਸੀਂ ਤਾਂ ਛੱਡ ਆਇਓ। ਉੱਤੇ ਗਏ ਛੱਡ ਆਇਓ ਵੀ ਅੱਗੇ ਤਾਂ ਮੈਂ ਨਹੀਂ ਕਰਦਾ, ਬਸ ਫਿਰ ਗੱਲ ਬਣ ਜਾਂਦੀ, ਫਿਰ ਕੋਈ ਨਾ ਕੋਈ ਫਲ ਮਿਲਦਾ, ਨਹੀਂ ਤਾਂ ਐਵੇਂ ਰਸਮਾਂ ਰਿਵਾਜ਼ਾਂ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬਿਕਾਰ, ਬਿਨ ਸੰਗਤ ਇਉਂ ਮਾਨੀ, ਹੋਏ ਗਈ ਭੱਠ ਛਾਰ। ਆਕਾਸ਼ ਤੋਂ ਕਹਿੰਦੇ ਨਿਰਮਲ ਬੂੰਦ ਡਿੱਗੀ, ਪਰ ਜਿਹੜੀ ਜਿਸ ਧਰਤੀ ਡਿੱਗੀ ਉਹ ਸੀ ਬੇਕਾਰ, ਬੇਕਾਰ ਸੀ, ਬੰਜਰ ਧਰਤੀ। ਆਕਾਸ਼ ਤੋਂ ਤੁਬਕਾ ਅਤੇ ਪਾਣੀ ਦਾ ਡਿੱਗਾ, ਬੂੰਦ ਦੇ ਡਿੱਗੀ, ਪਰ ਜਿਹੜੀ ਧਰਤੀ ਸੀ ਉਹ ਬੇਕਾਰ ਸੀ। ਤੁਸੀਂ ਬੰਜਰ ਧਰਤੀ ਦੇ ਵਿੱਚ ਕੋਈ ਅਨਾਜ ਬੀਜ ਦਿਓ, ਨਹੀਂ ਹੋਏਗਾ, ਤੁਹਾਡਾ ਬੀਜ ਵੀ ਐਵੇਂ ਜਾਵੇਗਾ।
ਹੁਣ ਗੁਰੂ ਮਹਾਰਾਜ ਸੰਤ ਮਹਾਤਮਾ ਉਪਦੇਸ਼ ਕਰ ਰਹੇ ਨੇ। ਅੱਗੇ ਬੈਠੇ ਲੋਕ, ਉਹਨਾਂ ਦੇ ਵਿੱਚ ਕੁਝ ਬੰਜਰ ਧਰਤੀ ਵੀ ਹੁੰਦੀ ਹੈ, ਕੁਝ ਉਪਜਾਊ ਧਰਤੀ ਹੁੰਦੀ। ਭਾਵ ਕੁਝ ਗੁਰਮੁਖ ਹੁੰਦੇ ਨੇ, ਕੋਈ ਮਨਮੁਖ ਹੁੰਦੇ ਨੇ। ਉਹਨਾਂ 'ਤੇ ਉਪਦੇਸ਼ ਦਿੱਤਾ। ਹੁਣ ਗੁਰਮੁਖ ਦੀ ਜਿਹੜੀ ਧਰਤੀ, ਮਨ ਰੂਪੀ ਧਰਤੀ ਹੈਗੀ ਉਪਜਾਊ, ਉਸ ਨੇ ਤਾਂ ਉਪਦੇਸ਼ ਨੂੰ ਕੈਚ ਕਰ ਲਿਆ ਹੈ, ਉਸ 'ਤੇ ਅਮਲ ਕਰਨਾ ਸ਼ੁਰੂ ਕਰਦਾ। ਹੁਣ ਜਿਹਦੀ ਧਰਤੀ ਹੀ ਨਹੀਂ ਠੀਕ ਹੈ, ਮਨਮੁਖ ਹੈ, ਉਸ 'ਤੇ ਉਪਦੇਸ਼ ਦਾ ਅਸਰ ਹੀ ਕੋਈ ਨਹੀਂ ਹੋਇਆ, ਐਵੇਂ ਗਿਆ ਉਪਦੇਸ਼। ਉਸ 'ਤੇ ਉਪਦੇਸ਼ ਦਾ ਅਰਥ ਕਿਉਂ? ਧਰਤੀ ਬੇਕਾਰ ਹੈ, ਬੰਜਰ ਧਰਤੀ ਹੈ, ਉਪਜਾਊ ਨਹੀਂ ਹੈ। ਗੁਰਮੁਖ ਦੀ ਮਨ ਰੂਪੀ ਧਰਤੀ ਉਪਜਾਊ ਹੁੰਦੀ ਹੈ। ਉਹਦੇ ਜਿਹੜਾ ਬੀਜ ਬੀਜਾਂਗੇ ਉਹ ਬੂਟਾ ਬਣ ਕੇ ਉੱਗੇਗਾ। ਮਨਮੁਖ ਦੀ ਧਰਤੀ ਬੰਜਰ ਧਰਤੀ ਹੁੰਦੀ ਹੈ। ਹੁਣ ਜਿੰਨਾ ਮਰਜ਼ੀ ਕਹੀ ਜੋ ਉਸ 'ਤੇ ਕੋਈ ਅਸਰ ਨਹੀਂ ਹੁੰਦਾ। ਕਹਿੰਦੇ ਇਸ ਲਈ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਆਕਾਸ਼ ਦੀ ਬੂੰਦ ਤੇ ਬੜੀ ਪਵਿੱਤਰ ਸੀ, ਪਰ ਗਈ ਭੂਮ ਬੇਕਾਰ, ਪਰ ਬੇਕਾਰ ਧਰਤੀ 'ਤੇ ਡਿੱਗ ਪਈ। ਬਿਨ ਸੰਗਤ ਇਉਂ ਮਾਨੇ, ਹੋਏ ਗਈ ਭੱਠ ਭੱਠੇ ਚਾਰ ਮਨਸਾ। ਜਿਵੇਂ ਭੱਠੀ ਦੀ ਸਵਾਹ ਹੁੰਦੀ ਹੈ, ਵਿਅਰਥ ਹੀ ਹੈ ਨਾ, ਇਸ ਤਰ੍ਹਾਂ ਉਹ ਮਾਨਈ, ਉਹ ਮਨੁੱਖ ਜਿਹੜਾ ਸੰਗਤ ਨਹੀਂ ਕਰਦਾ, ਉਹ ਵੀ ਕਹਿੰਦੇ ਉਸ ਬੂੰਦ ਦੀ ਤਰ੍ਹਾਂ ਹੀ, ਵੀ ਐਵੇਂ ਗਈ ਬੂੰਦ। ਉਹ ਤਾਂ ਭੱਠੀ ਦੀ ਸਵਾਹ ਵਰਗਾ ਹੈ, ਵਿਅਰਥ ਉਹਦਾ ਜੀਵਨ, ਜਿਹੜਾ ਸੰਗਤ ਨਹੀਂ ਕਰਦਾ। ਬਿਨ ਸੰਗਤ ਇਉਂ ਮਾਨਈ, ਮਾਨਈ ਮੈਨੇ ਮਨੁੱਖ, ਉਹ ਮਨੁੱਖ ਬਿਨਾਂ ਸੰਗਤ ਤੋਂ ਇਸ ਤਰ੍ਹਾਂ ਹੈ ਜਿਵੇਂ ਭੱਠੀ ਦੀ ਸਵਾਹ ਹੋਵੇ। ਆਪਾਂ ਸਵਾਹ ਬਾਹਰ ਸੁੱਟ ਦੇਣਾ ਕੱਢ ਕੇ, ਵੀ ਵਿਅਰਥ ਹੈ। ਸੋ ਇਸ ਲਈ ਸਤ ਸੰਗਤ ਕਰਨੀ ਚਾਹੀਦੀ। ਸਤ ਸੰਗਤ 'ਚ ਆ ਕੇ ਬੜਾ ਸਾਵਧਾਨ ਰਹਿਣਾ ਹੈ, ਗੁਰੂ ਦੇ ਭੈ 'ਚ ਰਹਿਣਾ ਹੈ। ਬਈ ਗੁਰੂ ਮਹਾਰਾਜ ਕੀ ਕਹਿ ਰਹੇ ਨੇ, ਉਸ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਪਰਮਾਤਮਾ ਨੇ ਜਿੰਨੇ ਪੀਰ ਪੈਗੰਬਰ ਰਿਸ਼ੀ ਮੁਨੀ ਸੰਸਾਰ 'ਤੇ ਭੇਜੇ, ਉਹ ਮਨੁੱਖ ਦੇ ਭਲੇ ਲਈ ਭੇਜੇ। ਕਿ ਪਰਮਾਤਮਾ ਸੋਚਿਆ ਵੀ ਮੈਂ ਨਾ ਇਹਨਾਂ ਮੈਨੂੰ ਵੇਖਿਆ, ਨਾ ਇਹ ਮੈਨੂੰ ਸੁਣ ਸਕਦੇ ਨੇ, ਅਤੇ ਮੈਂ ਇਹਨਾਂ ਨੂੰ ਉਪਦੇਸ਼ ਦੇਣੇ ਕਿ ਤੁਸੀਂ ਭਾਈ ਇਹੋ ਜਿਹਾ ਜੀਵਨ ਜਿਉ। ਫਿਰ ਉਹਨਾਂ ਨੇ ਪੈਗੰਬਰ ਭੇਜੇ, ਅਵਤਾਰ ਭੇਜੇ, ਆਪਣਾ ਸੁਨੇਹਾ ਦੇ ਲਈ ਕਿ ਜਾਓ ਜਾ ਕੇ ਮੇਰਾ ਸੁਨੇਹਾ ਸੰਸਾਰ ਨੂੰ ਦਿਓ। ਉਹ ਪਰਮਾਤਮਾ ਦਾ ਸੁਨੇਹਾ ਇੱਥੇ ਦੇਣ ਆਉਂਦੇ ਨੇ। ਕੋਈ ਮੰਨ ਲੈਂਦਾ, ਕੋਈ ਨਹੀਂ ਮੰਨਦਾ। ਜਿਹੜਾ ਮੰਨ ਲੈਂਦਾ ਹੈ ਉਹ ਪਰਮਾਤਮਾ ਦੀ ਨਜ਼ਰਾਂ 'ਚ ਪ੍ਰਵਾਨ ਹੋ ਜਾਂਦਾ, ਨਹੀਂ ਮੰਨਦਾ ਫਿਰ ਉਹ ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਕਹਿੰਦੇ ਆਕਾਸ਼ ਦੀ ਨਿਰਮਲ ਬੂੰਦ ਸੀ, ਉਹ ਧਰਤੀ 'ਤੇ ਡਿੱਗੀ, ਧਰਤੀ ਨੂੰ ਆਪਣੇ ਵਿੱਚ ਮਿਲਾ ਲਿਆ। ਕਿਉਂ? ਧਰਤੀ ਉਪਜਾਊ ਸੀ ਨਾ। ਗੁਰੂ ਦਾ ਉਪਦੇਸ਼ ਨਿਰਮਲ ਬੂੰਦ ਹੈ, ਉਹ ਗੁਰਮੁਖ ਰੂਪੀ ਧਰਤੀ 'ਤੇ ਡਿੱਗਿਆ। ਗੁਰਮੁਖ ਨੇ ਉਸ ਨੂੰ ਗ੍ਰਹਿਣ ਕਰ ਲਿਆ, ਉਸ ਉਪਦੇਸ਼। ਅਨਕ ਸਿਆਣੇ ਪਚ ਗਏ, ਪਚਦੇ ਜ਼ੋਰ ਲਾ ਲਾ ਕੇ ਥੱਕ ਜਾਣ। ਕਿੰਨੇ ਹੀ ਆਪਣੇ ਆਪ ਨੂੰ ਸਿਆਣੇ ਕਹਿਣ ਵਾਲੇ ਜ਼ੋਰ ਲਾ ਲਾ ਕੇ ਥੱਕ ਗਏ, ਨਾ ਨਿਰਵਾਰੀ ਜਾਏ। ਉਹ ਜਿਹੜੀ ਹੈ ਆਕਾਸ਼ ਦੀ ਬੂੰਦ, ਉਸ ਧਰਤੀ ਤੋਂ ਅੱਡ ਨਹੀਂ ਕੀਤੀ ਜਾ ਸਕਦੀ, ਕਿਉਂਕਿ ਗੁਰਮੁਖ ਦੇ ਹਿਰਦੇ 'ਚ ਵਸ ਗਈ ਹੈ। ਜਿਹੜੀ ਗੱਲ ਕਿਸੇ ਦੇ ਮਨ 'ਚ ਵਸ ਜੇ, ਉਸ ਨੂੰ ਅੱਡ ਨਹੀਂ ਕੀਤਾ ਜਾ ਸਕਦਾ। ਸੋ ਇਸ ਲਈ ਉਹ ਧਰਤੀ ਜਿਹਨੇ ਨਿਰਮਲ ਬੂੰਦ ਨੂੰ ਆਪਣੇ ਵਿੱਚ ਮਿਲਾ ਲਿਆ, ਸਮਝੋ ਉਹ ਗੁਰਮੁਖ ਹੈ। ਉਹ ਗੁਰਮੁਖ ਧਰਤੀ ਹੈ। ਜਿਸ ਧਰਤੀ 'ਤੇ ਐਵੇਂ ਬੂੰਦ ਗਈ, ਉਹ ਸਮਝੋ ਮਨਮੁਖ ਧਰਤੀ ਸੀ, ਉਹ ਐਵੇਂ ਗਈ। ਉਪਦੇਸ਼ ਦੋਨਾਂ ਨੂੰ ਗੁਰੂ ਨੇ ਦਿੱਤਾ, ਪਰ ਇੱਕ ਬੰਦਾ ਗੁਰਮੁਖ ਸੀ, ਇੱਕ ਬੰਦਾ ਮਨਮੁਖ ਸੀ। ਗੁਰਮੁਖ 'ਤੇ ਸਿੱਧਾ ਹੀ ਅਸਰ ਹੋ ਗਿਆ ਉਪਦੇਸ਼ ਦਾ, ਮਨਮੁਖ 'ਤੇ ਹੋਏ ਨਹੀਂ। ਜਿਵੇਂ ਆਪਾਂ ਪੱਲਾ ਝਾੜ ਕੇ ਤੁਰ ਜੀਏ। ਜਿਵੇਂ ਇੱਕ ਵਾਰੀ ਮੈਂ ਗੁਰਦੁਆਰਾ ਸਾਹਿਬ ਗਿਆ, ਇੱਕ ਬੰਦਾ ਖੜ੍ਹਾ, ਉਹ ਅੱਗੇ ਝੋਲੀ ਅੱਡੀ ਹੋਈ ਉਹਨੇ, ਦੋਨਾਂ ਹੱਥਾਂ ਨੂੰ ਫੜੀ ਹੋਈ ਹੈ ਪੱਲੜਾ, ਕੋਈ ਦਾ ਕਾਫੀ ਦੇਰ ਲੱਗਾ ਰਿਹਾ।
ਮੈਂ ਦੀ ਤਾਂ ਬੜੀਆਂ ਮੰਗਾਂ ਨੇ, ਕਿਤੇ ਝੋਲੀ ਭਰਾ ਕੇ ਜਾਓ। ਮੈਂ ਨੋਟ ਕਰਦਾ ਰਿਹਾ। ਕੋਈ ਦੇਰ ਬਾਅਦ ਉਹਨੇ ਆਪਣੇ ਹੱਥ ਛੱਡਤੇ, ਉਹ ਪਲੜਾ ਹੇਠਾਂ ਆ ਗਿਆ, ਪਾਉਣੀ ਸੀ ਕਮੀਜ਼ ਦਾ। ਮੈਂ ਲੈ, ਇਹ ਵਿਚਾਰਾ ਪਹਿਲਾਂ ਪਵਾਉਂਦਾ ਰਿਹਾ, ਉਹ ਸਾਰੇ ਡੋਲ ਗਏ ਸੀ। ਜਾਂ ਤਾਂ ਤੂੰ ਫਿਰ, ਜੇ ਤੈਨੂੰ ਇੰਨਾ ਵਿਸ਼ਵਾਸ ਹੈ ਮੇਰੀ ਝੋਲੀ 'ਚ ਗੁਰੂ ਮਹਾਰਾਜ ਪਾਉਣਗੇ, ਉਹਨੂੰ ਫਿਰ ਝੋਲੀ ਇਕੱਠੀ ਕਰ ਲੈਂਦਾ ਅਤੇ ਉਸੇ ਤਰੀ ਤੁਰਿਆ ਜਾਂਦਾ ਘਰ ਨੂੰ। ਅਤੇ ਜੇ ਕੋਈ ਪੁੱਛਦਾ ਵੀ ਕੀ ਗੱਲ ਆ, ਤੂੰ ਇਕੱਠਾ ਕੀਤਾ? ਕਹਿੰਦਾ ਮੈਂ ਗੁਰੂ ਦਾ ਉਪਦੇਸ਼ ਲੈ ਕੇ ਆਇਆ, ਉਹ ਝੋਲੀ ਭਰਾ ਕੇ ਲਿਆ। ਮੈਂ ਇਹਨੇ ਦੇ ਇੱਥੇ ਹੀ ਛੱਡਦਾ, ਇਹਨੇ ਡੋਲਦਾ, ਖਾਲੀ ਜਾ ਬਈ, ਖਾਲੀ ਐਸੀ ਖਾਲੀ ਤੁਰ ਜਾ। ਜੇ ਤੁਹਾਡਾ ਇਹ ਵਿਸ਼ਵਾਸ ਹੈ ਵੀ ਗੁਰੂ ਮੇਰੀ ਝੋਲੀ ਭਰ ਕੇ ਭੇਜੂਗਾ, ਤਾਂ ਫਿਰ ਉਹ ਉੱਥੇ ਕਿਉਂ ਖੋਲ੍ਹਤੀ ਹੋਵੇ? ਜਿਵੇਂ ਪੰਡ ਬੰਨ੍ਹ ਲਓ ਅਤੇ ਫਿਰ ਉੱਥੇ ਖੋਲ੍ਹ ਦਿਆ, ਫਿਰ ਤਾਂ ਖਾਲੀ ਕੱਪੜਾ ਲੈ ਕੇ ਆ ਜਾਂਗਾ ਨਾ। ਉਹ ਇਸ ਤਰ੍ਹਾਂ ਨਹੀਂ ਝੋਲੀਆਂ ਚਲੀਆਂ ਅੱਡਣ ਦੀ ਲੋੜ ਹੁੰਦੀ। ਬਿਨ ਬੋਲਿਆਂ ਸਭ ਕੁਝ ਜਾਣਦਾ, ਉਹ ਸਭ ਜਾਣਦਾ। ਸਹਿਜ ਸੁਭਾਅ ਬੇਨਤੀ ਕਰੋ ਜਿਹੜੀ ਕਰਨੀ, ਉਹ ਲੋਕ ਵਿਖਾਵਾ ਹੋ ਜਾਂਦਾ ਹੈ। ਉਹ ਲੋਕ ਵਿਖਾਵਾ ਹੋ ਜਾਂਦਾ ਵੀ ਹਾਂ ਜੀ ਝੋਲੀ ਅੱਡ ਕੇ ਖੜ੍ਹਾ ਜੀ। ਆਮ ਕਹਾਵਤ, ਗਲ 'ਚ ਪੱਲਾ ਪਾ ਕੇ ਜੀ ਬੇਨਤੀ ਕਰਨਾ, ਝੋਲੀ ਅੱਡ ਕੇ ਬੇਨਤੀ ਕਰਨਾ। ਭਾਵ ਤਾਂ ਹੈ ਨਿਮਰਤਾ ਧਾਰਨ ਕਰਕੇ ਕੁਛ ਮੰਗਣਾ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉ ਲਰ ਭਰਿਆ, ਤੁਝੇ ਕਿਨ ਫਰਮਾਈ ਗਾਏ। ਗਾਏ ਫਾਰਸੀ ਦਾ ਸ਼ਬਦ ਹੈ। ਇੱਕ ਇਹਦਾ ਅਰਥ ਹੈ ਗਊ, ਗਾਏ ਗਊ ਨੂੰ ਕਹਿੰਦੇ। ਦੂਸਰਾ ਦਾ ਉੱਥੇ ਇਹ ਅਰਥ ਲੈ ਕੇ ਗਾਏ ਪੈਣੇ ਥਾਂ, ਇੱਥੇ ਥਾਂ। ਕਬੀਰ ਸਾਹਿਬ ਕਹਿੰਦੇ ਹਜ ਕਾਬੇ ਹੋਂ ਜਾਏ ਥਾ, ਮੈਂ ਹਜ ਕਰਨ ਲਈ ਕਾਬੇ ਨੂੰ ਜਾ ਰਿਹਾ ਸੀ। ਕੱਲ੍ਹ ਮੈਂ ਦੱਸਿਆ ਸੀ ਸਾਊਦੀ ਅਰਬ ਦੇਸ਼ ਦਾ ਨਾਮ ਹੈ। ਸਾਊਦੀ ਅਰਬ ਦੇ ਵਿੱਚ ਇੱਕ ਸ਼ਹਿਰ ਹੈ ਮੱਕਾ। ਜਿਵੇਂ ਪੰਜਾਬ ਇੱਕ ਸਟੇਟ ਦਾ ਨਾਮ ਹੈ, ਪੰਜਾਬ 'ਚ ਇੱਕ ਸ਼ਹਿਰ ਹੈ ਅੰਮ੍ਰਿਤਸਰ, ਐਂ ਉਹ ਮੱਕਾ ਹੈ। ਜਿਵੇਂ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਹੈ, ਇਸ ਤਰ੍ਹਾਂ ਉੱਥੇ ਕਾਬਾ ਹੈ ਉਹਨਾਂ ਦਾ। ਸਭ ਤੋਂ ਪਵਿੱਤਰ ਮਸੀਤ ਜਿਹਨੂੰ ਗਿਣਦੇ ਨੇ ਮੁਸਲਮਾਨ, ਉਹ ਹੈ। ਹੱਜ ਹੁੰਦਾ ਤੀਰਥ ਯਾਤਰਾ। ਕਬੀਰ ਸਾਹਿਬ ਕਹਿੰਦੇ ਹਜ ਕਾਬੇ ਹੋਂ ਜਾਏ ਥਾ, ਮੈਂ ਹਜ ਕਰਨ ਲਈ ਕਾਬੇ ਜਾ ਰਿਹਾ ਸੀ। ਆਗੇ ਮਿਲਿਆ ਖੁਦਾਏ, ਅੱਗੇ ਮੈਨੂੰ ਰੱਬ ਮਿਲ ਪਿਆ। ਅੱਗੇ ਮੈਨੂੰ ਰੱਬ ਮਿਲ ਪਿਆ। ਸਾਈਂ ਮੁਝ ਸਿਉ ਲੜ ਭਰਿਆ, ਰੱਬ ਤਾਂ ਮੇਰੇ ਨਾਲ ਲੜਨ ਲੱਗ ਪਿਆ। ਤੁਝੇ ਕਿਨ ਫਰਮਾਈ ਗਾਏ, ਤੈਨੂੰ ਕਿਹਨੇ ਦੱਸਿਆ ਕਿ ਮੈਂ ਇਸ ਥਾਂ 'ਤੇ ਰਹਿਣਾ? ਕਿ ਰੱਬ ਤਾਂ ਮੇਰੇ ਨਾਲ ਲੜ ਪਿਆ, ਕਿ ਤੈਨੂੰ ਕਿਹਨੇ ਦੱਸਿਆ ਮੈਂ ਮੱਕੇ ਰਹਿਣਾ? ਉਹ ਕਹਿੰਦੇ ਮੈਂ ਤਾਂ ਤੇਰੇ ਅੰਦਰ ਰਹਿਣਾ, ਤੂੰ ਇੰਨੇ ਹਜ਼ਾਰਾਂ ਕਿਲੋਮੀਟਰ ਤੁਰ ਕੇ ਜਾ ਰਿਹਾ ਹੈ, ਕਿ ਤੈਨੂੰ ਕਿਹਨੇ ਕਿਹਾ ਮੈਂ ਮੱਕੇ ਰਹਿਣਾ, ਇਸ ਥਾਂ 'ਤੇ ਰਹਿਣਾ? ਕਿ ਰੱਬ ਮੇਰੇ ਨਾਲ ਲੜ ਪਿਆ। ਕਹਿਣ ਦਾ ਭਾਵ ਹੈ ਵੀ ਔਖੇ ਹੋਣ ਦੀ ਲੋੜ ਨਹੀਂ, ਪਰਮਾਤਮਾ ਸਾਡੇ ਅੰਦਰ ਹੈ। ਜਿੱਥੇ ਵੀ ਤੁਸੀਂ ਹੋ ਉੱਥੇ ਉਹਨੂੰ ਯਾਦ ਕਰੀ ਜਾਓ। ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਉਹੀ ਮੰਦਰ ਹੈ, ਉਹੀ ਗੁਰਦੁਆਰਾ, ਹੋਰ ਕੀ ਹੈ? ਗੁਰਦੁਆਰੇ ਮੰਦਰ ਆਪਾਂ ਜਾ ਕੀ ਕਰਦੇ ਹਾਂ? ਪਰਮਾਤਮਾ ਦਾ ਨਾਮ ਹੀ ਜਪਦੇ ਨਾ, ਅਤੇ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਲਓ। ਪਰ ਅਸੀਂ ਤਾਂ ਗੁਰਦੁਆਰੇ ਨੂੰ ਘਰ ਬਣਾ ਦਿੰਦੇ ਹਾਂ, ਐਸੇ ਬੰਦੇ ਅਸੀਂ ਜਾ ਕੇ। ਦੂਰੋਂ ਚੱਲ ਕੇ ਗੁਰਦੁਆਰੇ ਗਏ, ਉੱਥੇ ਘਰ ਦੀਆਂ ਗੱਲਾਂ ਲੱਗੇ ਕਰਨ, ਫਿਰ ਉਹ ਗੁਰਦੁਆਰਾ ਥੋੜ੍ਹੀ ਰਹਿਣ ਦੱਸੇ, ਅਸੀਂ ਉਹਨੂੰ ਘਰ ਬਣਾ ਲਿਆ। ਅਤੇ ਗੁਰੂ ਨਾਨਕ ਦੇ ਕਿਤੇ ਘਰ ਘਰ ਹੋਵੇ ਧਰਮਸ਼ਾਲਾ। ਤੁਹਾਡਾ ਘਰ ਤੇ ਗੁਰਦੁਆਰਾ ਹੋਣਾ ਚਾਹੀਦਾ, ਭਾਵ ਘਰ ਦਾ ਵਾਤਾਵਰਨ ਐਸਾ ਹੋਣਾ ਚਾਹੀਦਾ ਜੋ ਗੁਰਦੁਆਰੇ ਦਾ ਹੈ। ਘਰ ਦੇ ਵਿੱਚ ਭਜਨ ਬੰਦਗੀ ਕਰਨ ਵਾਲੇ ਲੋਕ ਹੋਣ, ਗੁਰਮੁਖ ਪਿਆਰੇ ਹੋਣ, ਘਰ ਹੀ ਗੁਰਦੁਆਰਾ। ਅਤੇ ਗੁਰਦੁਆਰੇ ਜੇ ਕਿ ਸੰਸਾਰਿਕ ਗੱਲਾਂ ਕਰਨੀ ਹੈ ਤਾਂ ਤੁਸੀਂ ਗੁਰਦੁਆਰੇ ਨੂੰ ਘਰ ਬਣਾਤਾ। ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਨੇ। ਮਰਗ ਦਾ ਭੋਗ ਪੈ ਰਿਹਾ ਹੁੰਦਾ ਹੈ, ਆ ਬੀਬੀਆਂ ਮਰਗ 'ਤੇ ਇਕੱਠੀਆਂ ਹੋਈਆਂ ਹੁੰਦੀਆਂ, ਆਪਸ ਵਿੱਚ ਗੱਲਾਂ ਕਰਦੀਆਂ ਰਹਿੰਦੀਆਂ ਨੇ। ਭਾਈ ਨਹੀਂ ਕਰਦੇ ਹੁੰਦੇ, ਬੀਬੀ ਕਰਦੀ ਰਹਿੰਦੀ ਹੈ। ਇਹ ਨਾਲ ਜਵਾਕ ਲੈ ਆਉਂਦੀਆਂ ਨੇ, ਉਹ ਡਾਂਸ ਜਿਹਾ ਕਰੀ ਜਾਂਦੇ। ਹੁਣ ਇੰਨੇ ਹੀ ਨਹੀਂ ਬੀਬੀਆਂ ਨੂੰ ਗਿਆਨ ਵੀ ਗੁਰਦੁਆਰਾ ਹੈ, ਪਲੇਗਰਾਊਂਡ ਥੋੜ੍ਹਾ ਹੀ ਹੈ।
ਨਾ ਮੈਂ ਦੇਖਿਆ ਕੋਈ ਅਕਲ ਉਕਲ ਨਹੀਂ, ਜਵਾਕ ਵਿੱਚ ਹੀ ਭੱਜੀ ਫਿਰਦਾ, ਉਹ ਕੋਈ ਰੋਕਦੀ। ਜੋ ਸਾਡੇ ਘੂਰਨ 'ਤੇ ਫੜ ਲੈਂਦੀਆਂ ਨੇ, ਜਵਾਕ ਫਿਰ ਛੁਡਾ ਕੇ ਚਲਿਆ ਜਾਂਦਾ। ਉਹਨੇ ਪੁੱਛਿਆ ਇਹ ਛੋਟਾ ਜਿਹਾ ਬੱਚਾ ਤੁਹਾਡੇ 'ਤੇ ਕਿਵੇਂ ਛੁਡਾ ਕੇ ਚਲਿਆ? ਤੂੰ ਛੱਡ ਦਿੰਦੀ ਹੋ ਤਾਂ ਮੋਹ 'ਚ ਆ ਕੇ। ਇਹ ਨਹੀਂ ਕਿ ਅਸੀਂ ਖਿਆਲ ਕਰਦੇ ਸਾਡਾ ਬੱਚਾ ਦੂਜਿਆਂ ਨੂੰ ਡਿਸਟਰਬ ਕਰ ਰਿਹਾ ਹੈ, ਇਹ ਨਹੀਂ ਖਿਆਲ ਕਰਦੇ। ਹਾਂ ਸਾਡਾ ਪੁੱਤਰ ਹੈ ਬਸ। ਫਿਰ ਉਹਨੇ ਵੱਡੇ ਹੋ ਕੇ ਵਿਗੜ ਨਹੀਂ, ਹੋਰ ਕੀ ਹੈ। ਦਵਾਨੀ ਦਾ ਜਵਾਕ ਹੈ, ਤੁਹਾਡੇ ਤੋਂ ਸਾਂਭ ਨਹੀਂ ਹੁੰਦਾ ਹੈ, ਉਹ ਭੱਜਿਆ ਫਿਰਦਾ ਉੱਥੇ। ਇੱਕ ਵਾਰੀ ਮੈਨੂੰ ਗੁੱਸਾ ਚੜਿਆ, ਲਾਲ ਸਿੰਘ ਗੇਟ 'ਤੇ ਸੀ, ਮੈਂ ਉਹਨੂੰ ਚੱਕ ਕੇ ਨਾ ਗਲੀ 'ਚ ਸੁੱਟ ਦੇ। ਉਹ ਲਾਲ ਸਿੰਘ ਨੇ ਚੱਕ ਲਿਆ, ਉਹ ਮਾਂ ਨੇ ਸੋਚੇ ਲੱਗਾ ਗਲੀ 'ਚ ਸੁੱਟਣ, ਮਾਂ ਮਗਰ ਭੱਜੀ ਗਈ। ਮੈਂ ਹੁਣ ਇਹਨੂੰ ਅੰਦਰ ਨਹੀਂ ਵੜਨ ਦੇਣਾ, ਇਹਨੂੰ ਬਾਹਰ ਰੱਖ ਤੇ ਬਰਾਂਡੇ 'ਚ ਬੜੀ ਜਿੱਥੇ ਮਰਜ਼ੀ ਲੈ ਜਾ। ਅਤੇ ਇਹਨੂੰ ਆਪਣਾ ਜਵਾਕ ਪਿਆਰਾ ਹੋ ਗਿਆ। ਬਾਕੀ 700-800 ਬੰਦਾ ਬੈਠਾ ਕੀਰਤਨ ਸੁਣ ਰਿਹਾ ਹੈ, ਮਰਗ ਦਾ ਭੋਗ ਪੈ ਰਿਹਾ, ਤੁਸੀਂ ਕੀ ਹੈ? ਮੈਂ ਕਹਿੰਦਾ ਐਵੇਂ ਲੋਕ ਬੇਵਕੂਫ ਨੇ ਜਿਹੜੇ ਵਿਆਹਾਂ ਦੇ ਮਰਗ ਦੇ ਭੋਗ 'ਤੇ ਇੰਨੇ ਲੋਕਾਂ ਨੂੰ ਸੱਦ ਲੈਂਦੇ ਨੇ। ਕਿਸੇ ਨੇ ਤੁਹਾਡੇ ਬੁੜੇ ਬੁੜੀ ਲਈ ਅਰਦਾਸ ਨਹੀਂ ਕਰਨੀ। ਉਹ ਭਾਈ ਕਹਿੰਦਾ ਬੋਲੋ ਜੀ ਵਾਹਿਗੁਰੂ, ਉਹ ਤਾਂ ਵਾਹਿਗੁਰੂ ਨਹੀਂ ਬੋਲਦੇ। ਤੁਹਾਡੇ ਲਈ ਅਰਦਾਸ ਕਿਹਨੇ ਕਰਨੀ? ਅਰਦਾਸੀ ਕਹਿ ਰਿਹਾ ਬੋਲੋ ਜੀ ਵਾਹਿਗੁਰੂ, 2.5 ਬੰਦੇ ਨਹੀਂ ਬੋਲਦੇ ਵਾਹਿਗੁਰੂ। ਉਹ ਆਪਣਾ ਸੋਚ ਰਹੇ ਨੇ ਅਰਦਾਸ ਹੋ ਗਈ ਹੈ ਬਸ। ਅਤੇ ਭਾਈ ਵੀ ਇਸ ਲਈ ਅਰਦਾਸ ਕਰ ਰਿਹਾ ਵੀ ਉਹਨੂੰ 50-100 ਮਿਲੂਗਾ, ਨਹੀਂ ਤਾਂ ਕਿ ਦਫਾ ਮੈਂ ਤੁਹਾਡਾ ਠੇਕਾ ਲੈ ਰਿਹਾ ਤੁਹਾਡੀ ਅਰਦਾਸ ਦਾ। ਦੇਖਿਆ ਨਾ ਤੇ ਖੜੇ ਨੂੰ ਦਿੰਦੇ ਨਾ ਮੁੱਠੀ 'ਚ ਪੈਸੇ ਵੀ ਹਾਂ ਚ ਥੋੜ੍ਹਾ ਧਿਆਨ ਨਾਲ ਸਾਡੀ ਅਰਦਾਸ ਕਰਦੇ। ਨਹੀਂ ਤਾਂ ਅਗਲਾ ਕੋਈ ਯਾਰ ਪੈਸੇ ਇਹਨਾਂ ਨੇ ਕੋਈ ਦਿੱਤਾ, ਮੈਂ ਠੇਕਾ ਲੈ ਰੱਖਿਆ ਇਹਨਾਂ ਦੀ ਅਰਦਾਸ ਦਾ, ਤਾਂ ਉਹ ਦਿੰਦੇ ਨੇ। ਉਂਝ ਪਹਿਲਾਂ ਹੀ ਦੇ ਲੈਣੇ ਚਾਹੀਦੇ ਨੇ, ਉਸ ਵੇਲੇ ਅਗਲਾ ਡਿਸਟਰਬ ਹੁੰਦਾ ਹੈ। ਕੋਈ ਨਹੀਂ ਤੁਹਾਡੇ ਲਈ ਅਰਦਾਸ ਕਰਦਾ, ਚਾਹੇ 1000 ਬੰਦਾ ਸੱਦ ਲਓ, ਐਵੇਂ ਤੁਹਾਨੂੰ ਝੂਠੀ ਤਸੱਲੀ ਹੈ ਵੀ ਹਾਂ ਇੰਨੇ ਲੋਕ ਆਏ। ਉਹ ਤਾਂ ਤੁਹਾਡੇ ਮੂੰਹ ਨੂੰ ਆਏ, ਜਿਹੜਾ ਮਰ ਗਏ ਹੁਣ ਤੋਂ ਜਾਣਦੇ ਹੀ ਨਹੀਂ ਸਨ। ਹੁਣ ਉਸ ਲੀਡਰ ਨੂੰ ਸੱਦ ਲਿਆ, ਉਹ ਮੈਨੂੰ ਜਾਣਦਾ, ਉਹ ਮੇਰੀ ਘਰ ਆਣ ਤਾਂ ਕਦੇ ਦੇਖਿਆ ਹੀ ਨਹੀਂ ਉਹਨੇ ਹੈ, ਪਰ ਉਹ ਵੀ ਕਹਿ ਰਿਹਾ ਬੱਲੇ ਬੱਲੇ ਜੀ ਇਹ ਹੈ ਜੀ ਉਹ ਹੈ ਜੀ, ਉਹ ਤਾਂ ਮੇਰੇ ਮੂੰਹ ਨੂੰ ਕਹਿ ਰਿਹਾ। ਉਹ ਤਾਂ ਇਸ ਲਈ ਐਵੇਂ ਆਹ ਬੜਾ ਚੰਗਾ ਹੋਇਆ, ਆਹ ਬੜੇ ਸਸਤੇ ਵਿਆਹ ਹੋ ਗਏ ਅਤੇ ਬੜੇ ਸਸਤੇ ਹੋ ਗਏ ਨੇ। ਹੁਣ ਫਿਰ ਆਉਣ ਲੱਗ ਪਏ ਨੇ, ਫਿਰ ਹੁਣ ਕਈ ਸੌਦਾ ਫਿਰ ਇਕੱਠ ਹੋਣ ਲੱਗ ਪਿਆ ਹੈ। ਫਿਰ ਕਹਿੰਦੇ ਸਾਨੂੰ ਕਰਜ਼ਾ ਚੜ੍ਹ ਗਿਆ, ਅਸੀਂ ਗਰੀਬ ਹੋ ਗਏ। ਮੈਂ ਮਰੋ ਫਿਰ ਤੁਸੀਂ, ਤੁਹਾਡੀ 'ਚ ਅਕਲ ਹੀ ਕੋਈ ਨਹੀਂ ਹੈ। ਬੇਅਕਲਾਂ ਨੇ ਤਾਂ ਦੁਖੀ ਹੋਣਾ ਹੀ ਹੋਣਾ ਹੁੰਦਾ ਹੈ। ਨਾ ਤੁਸੀਂ ਕਿਤੇ ਅਕਲ ਲੈਣੀ, ਨਾ ਤੁਹਾਡੇ ਆਪਣੇ 'ਚ ਤਾਂ ਹੈ ਹੀ ਨਹੀਂ, ਅਤੇ ਦੂਜੇ ਤੋਂ ਤੁਸੀਂ ਅਕਲ ਲੈਣੀ ਕੋਈ ਨਹੀਂ, ਅਤੇ ਕਰੀ ਜਾਓ ਖਰਚੇ। ਯਾਦ ਰੱਖੋ ਕਿਸੇ ਨੇ ਤੁਹਾਡੇ 1000 ਬੰਦਾ ਸੱਦਿਆ, ਮੈਂ ਦਾਅਵੇ ਨਾਲ ਕਹਿੰਦਾ ਇੱਕ ਵੀ ਤੁਹਾਡੇ ਬੁੜਾ ਬੁੜੀ ਜਿਹੜਾ ਮਰ ਗਿਆ ਉਹਦੇ ਲਈ ਮਨ 'ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਹਦੀ ਆਤਮਾ ਦਾ ਕਲਿਆਣ ਹੋਵੇ, ਕੋਈ ਨਹੀਂ ਕਰਦਾ। ਫਿਰ ਕੀ ਫਾਇਦਾ ਐਵੇਂ ਰੋਟੀਆਂ ਖਵਾਉਣ ਦਾ ਅਤੇ ਇਕੱਠ ਕਰਨ ਦਾ। ਜਦੋਂ ਸਵੇਰੇ ਭੋਗ ਪੈ ਗਿਆ, ਗੱਲ ਖਤਮ ਹੋ ਗਈ। ਇੱਕ ਹੋਰ ਅਰਦਾਸ ਜ਼ਰੂਰ ਕਰਨੀ ਹੈ। ਸਰ ਜਿੰਨੇ ਸਵੇਰੇ ਆਏ ਭੋਗ ਪੈ ਗਿਆ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ, ਨਿਬੜਿਆ ਕੰਮ। ਕੋਈ ਲੋੜ ਨਹੀਂ ਦੇ ਖਰਚੇ ਖੁਰਚੇ ਕਰਨ ਦੀ, ਜੋ ਤੁਹਾਡੇ ਲਈ ਕਿਸੇ ਅਰਦਾਸ ਹੀ ਨਹੀਂ ਕਰਨੀ ਹੈਗੀ। ਗੁਰੂ ਮਹਾਰਾਜ ਕਿਰਪਾ ਕਰਨਾ। ਤਾਂ ਕਹਿੰਦੇ ਕਬੀਰ ਸਾਹਿਬ ਕਹਿੰਦੇ ਰੱਬ ਮੇਰੇ ਨਾਲ ਲੜ ਪਿਆ ਕਿ ਤੈਨੂੰ ਕਿਹਨੇ ਕਿਹਾ ਮੈਂ ਇਸ ਥਾਂ 'ਤੇ ਰਹਿਣਾ? ਭਾ ਮੈਂ ਤਾਂ ਸਭ ਥਾਂ 'ਤੇ ਰਹਿਣਾ, ਜਿੱਥੇ ਮੈਨੂੰ ਯਾਦ ਕਰੋਗੇ ਮੈਂ ਤਾਂ ਉੱਥੇ ਹੀ ਹਾਜ਼ਰ ਹਾਂ। ਇਸ ਭੁਲੇਖੇ 'ਚ ਨਹੀਂ ਰਹਿਣਾ ਵੀ ਜਿਹੜਾ ਗੁਰੂ ਮਹਾਰਾਜ ਹਰਿਮੰਦਰ ਸਾਹਿਬ ਜੀ ਰਹਿੰਦੇ, ਹੋਰ ਕਿਤੇ ਨਹੀਂ ਰਹਿੰਦੇ। ਉਹ ਸਭ ਥਾਵਾਂ 'ਤੇ ਰਹਿੰਦੇ ਨੇ। ਸਾਡੀ ਆਪਣੀ ਕਮਾਈ ਹੋਣੀ ਚਾਹੀਦੀ, ਜਿੱਥੇ ਮਰਜ਼ੀ ਪ੍ਰਗਟ ਕਰ ਲਓ। ਤੁਹਾਡੀ ਕਮਾਈ ਹੋਣੀ ਚਾਹੀਦੀ ਹੈ, ਤੁਸੀਂ ਆਪਣੇ ਘਰ ਚੌਥੇ ਪਾਤਸ਼ਾਹ ਪੰਚਮ ਪਾਤਸ਼ਾਹ ਨੂੰ ਪ੍ਰਗਟ ਕਰ ਸਕਦੇ ਹੋ। ਜੇ ਤੁਹਾਡੀ ਕਮਾਈ ਹੈ ਤਾਂ ਉਹ ਪਿਆਰ ਦੇ ਬੱਝੇ ਆ ਜਾਣਗੇ, ਤੁਹਾਡੇ ਘਰ ਆ ਜਾਣਗੇ। ਇਸੇ ਕਿਹੜੀ ਗੱਲ ਹੈ? ਇਹ ਨਹੀਂ ਗੱਲ ਹੈ। ਪਿਆਰਾ ਕਿਤੇ ਵੀ ਯਾਦ ਕਰੇਗਾ, ਉਹ ਪਿਆਰੇ ਨੂੰ ਮਿਲਣ ਚਲੇ ਜਾਂਦੇ ਹਨ। ਵਿਸ਼ਵਾਸ ਰੱਖਣਾ, ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।